ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਮੇਰੇ ਨਾਲ ਬੈਠੇ ਨੇ ਰਾਜ ਅੰਗਦ ਸਿੰਘ ਸੰਧੂ ਤੇ ਗੱਲਬਾਤ ਅਸੀਂ ਕਰਨੀ ਹੈ ਕੈਨੇਡਾ ਦੀਆਂ ਅਹਿਮ ਖਬਰਾਂ ਵਿੱਚ। ਤੇ ਅਹਿਮ ਖਬਰਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਹਾਲਾਂਕਿ ਵੈਕਸੀਨ ਦੀ ਕਰਨੀ ਸੀ, ਪਰ ਇਸ ਤੋਂ ਇਲਾਵਾ ਅਸੀਂ ਉਧਰ ਅਮਰੀਕਾ ਵਿੱਚ ਕੀ ਹੋ ਰਿਹਾ ਥੋੜੀ ਬਹੁਤੀ ਗੱਲਬਾਤ ਉਹਦੀ ਵੀ ਕਰਾਂਗੇ। ਪਰ ਮੈਨੂੰ ਲੱਗਦਾ ਕਿ ਸ਼ੁਰੂਆਤ ਅੰਗਦ ਆਪਾਂ ਨੂੰ ਵੈਦਰ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਵੈਦਰ ਵੀ ਇੱਕਦਮ ਜਿਹੜਾ ਚੇਂਜ ਹੋ ਗਿਆ। ਵੈਕਸੀਨ ਬਾਰੇ ਤਾਂ ਆਪਾਂ ਜਾਣਕਾਰੀ ਦੇਵਾਂਗੇ ਕਿ ਟਰੂਡੋ ਸਾਹਿਬ ਨੇ ਅੱਜ ਕੀ ਕਿਹਾ ਤੇ ਕੈਨੇਡਾ ਨੂੰ ਵੈਕਸੀਨ ਲੇਟ ਮਿਲੂਗੀ ਜਾਂ ਪਹਿਲਾਂ ਆਊਗੀ, ਇਹ 'ਤੇ ਵੀ ਚਰਚਾ ਕਰਾਂਗੇ। ਪਰ ਮੈਂ ਕਹਿੰਦਾ ਕਿ ਕਿਉਂਕਿ ਅਸੀਂ ਦੇਖਿਆ ਕਿ ਬੀਤੇ ਟੋਰਾਂਟੋ ਵਿੱਚ ਵੀ ਜਿਹੜੀ ਉਹ ਕਾਫੀ ਭਾਰੀ ਬਰਫ਼ਬਾਰੀ ਹੋਈ ਹੈ ਮੌਸਮ ਦੀ ਪਹਿਲੀ। ਕੈਨੇਡਾ ਦੇ ਹੋਰ ਇਲਾਕਿਆਂ 'ਚ ਪਹਿਲਾਂ ਬਰਫ਼ਬਾਰੀ ਹੋ ਰਹੀ ਸੀ। ਸੋ ਕੀ ਹਾਲਾਤ ਨੇ ਮੌਸਮ ਦੇ? ਮਨਦੀਪ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। 22 ਤਰੀਕ ਤੋਂ ਟ੍ਰਾਂਜੀਸ਼ਨ ਹੋਈ ਹੈ ਇੱਕ ਤਰ੍ਹਾਂ ਵੈਦਰ ਦੇ ਵਿੱਚ, ਕਾਫੀ ਤੇਜ਼ੀ ਦੇ ਨਾਲ ਬਦਲਾਅ ਆਇਆ। ਕਾਫੀ ਤੁਸੀਂ ਦੇਖ ਸਕਦੇ ਹੋ ਵੀ ਮੌਸਮ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ ਟੈਂਪਰੇਚਰ ਦੇ ਵਿੱਚ। ਤੇ 20 ਸੈਂਟੀਮੀਟਰਸ ਪਲੱਸ ਟੋਰਾਂਟੋ GTA ਦੀ ਜੇ ਗੱਲ ਕੀਤੀ ਜਾਵੇ, ਗ੍ਰੇਟਰ ਟੋਰਾਂਟੋ ਰੀਜਨ ਦੇ ਲਾਗੇ ਦੀ, ਤੇ ਉਹ ਨਾ ਕਈ ਇਲਾਕਿਆਂ ਦੇ ਵਿੱਚ ਜਿਹੜੀ ਸਨੋ ਆ ਉਹ 20 ਸੈਂਟੀਮੀਟਰ ਪਲੱਸ ਪਈ ਹੈ। ਤੇ ਰਾਤੋਂ ਰਾਤ ਸਨੋ ਪੈਣ ਦੇ ਨਾਲ ਕਾਫੀ ਜਿਹੜਾ ਵੀ ਇੱਕਦਮ ਲੋਕਾਂ ਦੇ ਵਿੱਚ ਹਲਚਲ ਜੀ ਮਚ ਗਈ, ਕਿਉਂਕਿ ਇਸ ਵਾਰ ਦੀ ਕਾਫੀ ਭਾਰੀ ਜਿਹੜੀ ਸਨੋ ਆ ਉਹ ਇੱਕੋ ਦਮ ਪੈ ਗਈ। ਹੁਣ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਉਧਰਲੇ ਪੂਰੇ ਕੋਸਟ ਰੀਜਨ ਦੀ ਤੇ ਟੋਰਾਂਟੋ ਦੀ ਜੇ ਅੱਜ ਗੱਲ ਕੀਤੀ ਜਾਵੇ, ਟੋਰਾਂਟੋ ਦੇ ਵਿੱਚ ਅੱਜ ਦਾ ਜਿਹੜਾ ਟੈਂਪਰੇਚਰ ਹੈ, ਕੱਲ੍ਹ ਦਾ ਜਿਹੜਾ ਟੈਂਪਰੇਚਰ ਹੈ, ਉਹ ਮਾਈਨਸ ਤੇ ਪਲੱਸ ਦੇ ਵਿੱਚ ਫਲਕਚੁਏਟ ਹੋ ਰਿਹਾ। ਸੋ 4 ਡਿਗਰੀ ਤੋਂ ਲੈ ਕੇ -10 ਡਿਗਰੀ ਦੇ ਵਿਚਕਾਰ ਵਿੱਚ ਸ਼ਾਵਰਸ ਹੋਣਗੇ, ਥੋੜ੍ਹੀ ਬਹੁਤੀ ਰੇਨ ਪਵੇਗੀ, ਪਰ ਮਤਲਬ ਕਿਤੇ ਵੀ ਕਿਤੇ ਇਹ ਨਹੀਂ ਲੱਗਦਾ ਵੀ ਟ੍ਰਾਂਜੀਸ਼ਨ ਦੇ ਵਿੱਚ ਵੀ ਕਿਤੇ ਸਨੀ ਵੈਦਰ ਹੋਏਗਾ। ਸੋ ਮੰਨਿਆ ਹੀ ਜਾ ਰਿਹਾ ਵੀ ਵੀਕਡੇਜ਼ ਦੇ ਵਿੱਚ ਜਿਹੜਾ ਵੈਦਰ ਆ ਕਾਫੀ ਹੋਰ ਬਦਲ ਵੀ ਸਕਦਾ ਜੀ। ਸੋ ਉਸੇ ਪਾਸੇ ਜੇ ਗੱਲ ਕੀਤੀ ਜਾਵੇ ਦੂਜੇ ਸੂਬਿਆਂ ਦੀ, ਕਿਊਬੈਕ ਦਾ ਸਾਊਦਰਨ ਰੀਜਨ ਹੈ ਜਿਹੜਾ, ਤੇ ਨਾਲ ਹੀ ਨੋਵਾ ਸਕੋਸ਼ੀਆ ਹੋ ਗਿਆ, ਨਿਊਫਾਊਂਡਲੈਂਡ ਤੇ ਲੈਬਰਾਡੋਰ ਹੋ ਗਿਆ। ਨਿਊਫਾਊਂਡਲੈਂਡ ਤੇ ਲੈਬਰਾਡੋਰ ਦੀ ਗੱਲ ਦੱਸਣੀ ਸੀ ਸੱਚ, ਉੱਥੇ ਅੱਜ ਸਵੇਰ ਤੱਕ 40 ਤੋਂ 60 ਸੈਂਟੀਮੀਟਰ ਤੱਕ ਦੀ ਸਨੋ ਪੈ ਚੁੱਕੀ ਹੈ। ਤੇ ਮੰਨਿਆ ਜਾ ਰਿਹਾ ਵੀ ਅੱਜ ਸ਼ਾਮ ਤੱਕ 20 ਤੋਂ 30 ਸੈਂਟੀਮੀਟਰ ਦੀ ਸਨੋ ਹੋਰ ਪੈ ਸਕਦੀ ਹੈ। ਸੋ ਟੋਟਲ ਜਿਹੜਾ ਐਸਟੀਮੇਟ ਹੈ 80 ਤੋਂ 85 ਸੈਂਟੀਮੀਟਰ ਦਾ ਹੋ ਜਾਵੇਗਾ। ਤੇ ਨਾਲ ਹੀ ਇਹ ਸਾਰਾ ਜਿਹੜਾ ਰੀਜਨ ਹੈ, ਕਿਊਬੈਕ ਸਾਊਦਰਨ ਰੀਜਨ ਹੋ ਗਿਆ, ਨੋਵਾ ਸਕੋਸ਼ੀਆ ਹੋ ਗਿਆ, ਨਿਊਫਾਊਂਡਲੈਂਡ, ਲੈਬਰਾਡੋਰ ਹੋ ਗਿਆ, ਇਹਨਾਂ ਦੇ ਵਿੱਚ ਵਿੰਡ ਦੀ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਹੈ, ਜਿੱਦਾਂ ਬਲਿਜ਼ਰਡ ਪੈਦਾ ਹੋ ਸਕਦੇ ਆ। ਸੋ ਜੇ ਸਨੋ ਤਾਜ਼ੀ ਪੈ ਰਹੀ ਹੈ ਤੇ ਤੇਜ਼ ਹਵਾਵਾਂ ਦੇ ਨਾਲ ਵਿਜ਼ਿਬਿਲਿਟੀ ਡਿਕਰੀਜ਼ ਹੋ ਜਾਏਗੀ ਤੇ ਟੈਂਪਰੇਚਰ ਮਾਈਨਸ ਹੋਣ ਕਰਕੇ ਗੱਡੀਆਂ ਦੀ ਟਰੈਕਸ਼ਨ ਜਿਹੜੀ ਹੈ ਘੱਟ ਸਕਦੀ ਹਾਈਵੇਜ਼ ਦੇ ਉੱਤੇ। ਸੋ ਇਹ ਮੈਨੂੰ ਲੱਗਦਾ ਕਾਫੀ ਵੱਡੀ ਇੱਕ ਤਰ੍ਹਾਂ ਵੈਦਰ ਵਾਰਨਿੰਗ ਹੈ। ਇਹਨਾਂ ਸੂਬਿਆਂ 'ਚ ਪਿਛਲੇ ਸਾਲ ਜਿਹੜਾ ਬਹੁਤ ਤਗੜਾ ਇੱਕ ਸਨੋ ਸਟਰੋਮ ਆਇਆ ਸੀ, ਜਦੋਂ ਅਸੀਂ ਦੇਖਿਆ ਸੀ ਕਿ ਦਰਵਾਜ਼ੇ ਵੀ ਜਿਹੜੇ ਸੀ ਉਹ ਲੁੱਕ ਗਏ ਸੀ। ਇਸ ਤਰ੍ਹਾਂ ਉੱਥੇ ਆਰਮੀ ਨੂੰ ਜਾਣਾ ਪਿਆ ਸੀ ਲੋਕਾਂ ਦੀ ਮਦਦ ਕਰਨ ਲਈ, ਇੰਨੀ ਜ਼ਿਆਦਾ ਉੱਥੇ ਬਰਫ਼ਬਾਰੀ ਹੋ ਗਈ ਸੀ। ਸੋ ਜੇ ਅੱਜ ਵੀ ਇਸ ਵਕਤ ਉੱਥੇ ਸਨੋ ਜਿਹੜੀ ਉਹ ਪੈ ਰਹੀ ਹੈ, ਤੇ ਜੇਕਰ 80 ਸੈਂਟੀਮੀਟਰ ਤੱਕ ਸਨੋ ਪੈਂਦੀ ਹੈ, ਮੈਨੂੰ ਲੱਗਦਾ ਕਿ ਵੀ ਇੱਕ ਕਾਫੀ ਲੋਕਾਂ ਲਈ ਉੱਥੇ ਮੁਸ਼ਕਿਲ ਪੈਦਾ ਹੋ ਜਾਊਗੀ ਜੀ। ਮਨਦੀਪ, ਮੈਂ ਤੁਹਾਨੂੰ ਇਹੀ ਦੱਸਣ ਲੱਗਾ ਸੀਗਾ, ਟਵਿੱਟਰ ਦੇ ਉੱਤੇ ਕੁਝ ਵੀਡੀਓਜ਼ ਨੇ ਜਿਹੜੀਆਂ ਬਹੁਤ ਵਾਇਰਲ ਹੋ ਰਹੀਆਂ, ਉਹ ਓਵਨ ਸਟਰੋਮ ਕਰਕੇ ਜਾਂ ਕੈਨੇਡੀਅਨ ਸਟਰੋਮ ਕਰਕੇ ਉਹ ਵੀਡੀਓਜ਼ ਨੇ। ਉਹਨਾਂ ਦੇ ਵਿੱਚ ਜਿੱਥੇ ਅੱਗੇ ਜਦੋਂ ਸਨੋ ਪੈ ਜਾਂਦੀ ਹੈ ਤੇ ਹੈਵੀ ਡਿਊਟੀ ਟਰੱਕਸ ਆਉਂਦੇ ਨੇ, ਟ੍ਰਿਪਲ ਐਕਸਲ ਜਾਂ ਡਬਲ ਐਕਸਲ ਜਿਹੜੇ ਟਰੱਕ ਨੇ ਉਹ ਆਉਂਦੇ ਨੇ, ਤੇ ਉਹ ਉਹਨਾਂ ਦੇ ਅੱਗੇ ਜਿਹੜਾ ਯੂਨਿਟ ਲੱਗਾ ਹੁੰਦਾ ਉਹਦੇ ਨਾਲ ਉਹ ਸ਼ਵਲ ਕਰਦੇ ਆ, ਸਨੋ ਨੂੰ ਸਾਫ਼ ਕਰਦੇ ਆ। ਤਾਂ ਤੁਸੀਂ ਆਪ ਸੋਚ ਲਓ ਵੀ ਜਿੱਥੇ 60 ਸੈਂਟੀਮੀਟਰ ਦੀ ਸਨੋ ਹੁਣ ਪੈ ਗਈ ਹੈ, ਉੱਥੇ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਉਹਨਾਂ ਦੇ ਵਿੱਚ ਦਿਖਾਇਆ ਜਾ ਰਿਹਾ ਵੀ ਕ੍ਰੇਨਸ ਆਈਆਂ ਨੇ, ਵੀ ਟਰੱਕ ਨਹੀਂ ਆਏ, ਕ੍ਰੇਨਸ ਆਈਆਂ ਨੇ। ਕ੍ਰੇਨਸ ਦੇ ਨਾਲ ਉਹ ਜਿਹੜੇ ਆ ਰਾਹ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਮੰਨਿਆ ਹੀ ਜਾ ਰਿਹਾ ਵੀ ਜਿੱਦਾਂ ਅੱਜ ਸਨੋ ਪੈ ਜਾਣੀ ਹੈ ਤੇ ਜੇ ਕਈ ਥਾਵਾਂ ਦੇ ਉੱਤੇ ਕਲੀਅਰ ਨਾ ਹੋਇਆ ਜਾਂ ਕਈ ਥਾਵਾਂ ਦੇ ਉੱਤੇ ਲੋਕਾਂ ਨੇ ਜਿਵੇਂ ਗੱਡੀਆਂ ਨਹੀਂ ਹਟਾਈਆਂ ਹੁੰਦੀਆਂ, ਸੋ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਹੈ ਕੱਲ੍ਹ ਤੋਂ ਜੀ। ਮੰਨ ਲਓ ਕਿ ਜਿਹੜੀਆਂ ਗੱਡੀਆਂ ਜਿਨ੍ਹਾਂ ਦੀਆਂ ਪਾਰਕਿੰਗ 'ਚ ਖੜੀਆਂ ਜਾਂ ਕਿਤੇ ਬਾਹਰ ਡਰਾਈਵ 'ਚ ਖੜੀਆਂ, ਉਹ ਤਾਂ ਨੱਪੀਆਂ ਜਾਣਗੀਆਂ ਸਨੋ ਦੇ ਵਿੱਚ। ਬਿਲਕੁਲ ਬੰਦੀ, ਬਿਲਕੁਲ। ਇਸ ਦੇ ਨਾਲ ਹੀ ਇਸੇ ਦੇ ਪਾਸੇ ਜੇ ਆਪਾਂ ਗੱਲ ਕਰੀਏ ਹੋਰ, ਤੇ ਆਪਣੇ ਵਾਲੇ ਪਾਸੇ ਆ ਜਾਈਏ, BC ਦੇ ਵਿੱਚ ਜਿਹੜੀ ਹੈ ਵਿੰਡ ਦੀ ਵਾਰਨਿੰਗ ਜਿਹੜੀ ਹੈ ਕਾਫੀ ਜ਼ਿਆਦਾ ਜਾਰੀ ਕੀਤੀ ਗਈ ਹੈ। ਖਾਸ ਕਰਕੇ ਜੇ ਵਿਕਟੋਰੀਆ ਤੇ ਆਈਲੈਂਡ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤੇ ਵੱਡੀਆਂ ਟਾਈਡਸ ਦੀ ਸੰਭਾਵਨਾ ਹੈ। ਸੋ ਮੰਨਿਆ ਹੀ ਜਾ ਰਿਹਾ ਵੀ 9 ਮੀਟਰ ਤੱਕ ਦੀਆਂ ਟਾਈਡਸ ਵੀ ਆ ਸਕਦੀਆਂ ਨੇ। ਤੇ ਦੂਜੇ ਪਾਸੇ ਆਪਣੇ ਰੀਜਨ ਵੱਲ 70 ਤੋਂ 90 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸੋ ਆਪਣੇ ਆਪ ਨੂੰ ਪੈਕ ਕਰਕੇ ਤੁਰੋ ਤਾਂ ਜੋ ਤੁਹਾਨੂੰ ਠੰਡ ਨਾ ਲੱਗੇ। ਵੈਨਕੂਵਰ ਦੇ ਵਿੱਚ ਜੀ, ਮੈਟਰੋ ਵੈਨਕੂਵਰ ਰੀਜਨ ਜਿਹੜਾ ਸਾਰਾ, ਤੇ ਕੋਸਟਲ ਜਿਹੜਾ ਰੀਜਨ ਆ ਉਹਦੇ ਵਿੱਚ ਜਿਹੜੀ ਤੇਜ਼ ਹਵਾਵਾਂ ਹੋਰ ਤੇਜ਼ ਨੇ। ਸੋ ਮੀਂਹ ਦੇ ਵਿੱਚ ਸੰਭਾਵਨਾ ਹੈਗੀ ਹੈ। ਤੇ ਗੱਲ ਕੀਤੀ ਜਾਵੇ ਹਾਈਵੇ ਨੰਬਰ 3 ਜਿਹੜਾ ਉੱਥੋਂ ਦੀ, ਉੱਥੇ ਅੱਜ ਟੈਂਪਰੇਚਰ ਡਾਊਨ ਹੋ ਸਕਦਾ। ਸੋ 25 ਸੈਂਟੀਮੀਟਰ ਤੱਕ ਦੀ ਨਵੀਂ ਸਨੋ ਪੈ ਸਕਦੀ ਹੈ। ਸੋ ਜਿਹੜਾ ਇਹ ਰੀਜਨ ਹੈ ਇਹ ਕੂਟਨੀ ਲੇਕ ਰੀਜਨ ਹੈ, ਹਾਈਵੇ 3 ਦੇ ਨੇੜੇ। ਸੋ BC ਦਾ ਸਾਊਦਰਨ ਬਾਰਡਰ ਤੁਸੀਂ ਕਹਿ ਸਕਦੇ ਹੋ, ਜਿੱਥੇ ਅਸੀਂ ਅਲਬਰਟਾ ਨੂੰ ਟੱਚ ਡਾਊਨ ਕਰਦੇ ਹਾਂ। ਤੇ ਇਹਦੇ ਨਾਲ ਹੀ ਬਾਰਡਰ ਦੇ ਦੂਜੇ ਪਾਸੇ ਅਲਬਰਟਾ ਦੇ ਉਸੇ ਇਲਾਕਿਆਂ ਦੇ ਵਿੱਚ ਹੀ ਫਿਰ ਵਾਰਨਿੰਗ ਦਿੱਤੀ ਗਈ ਹੈ ਕਿ ਉੱਧਰ ਵੀ ਸਨੋਫਾਲ ਹੋ ਸਕਦੀ ਹੈ ਤੇ ਨਵੀਂ ਪਿੰਡੀ ਜਿਹੜੀ ਹੈ ਵੈਦਰ ਹੋਣ ਕਾਰਨ ਵੀ ਕਿਤੇ ਨਾ ਕਿਤੇ ਪ੍ਰੋਬਲਮ ਆ ਸਕਦੀ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਤੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਅਲਬਰਟਾ ਦੇ ਕੁਝ ਹੋਰ ਰੀਜਨ ਨੇ, ਸੈਂਟਰਲ ਰੀਜਨ ਜਿਹੜੇ ਆ, ਉਹਨਾਂ ਦੇ ਵਿੱਚ ਸਨੋ ਮਿਕਸ ਰੇਨ ਵੀ ਪੈ ਸਕਦੀ ਹੈ। ਸੋ ਆਪਣਾ ਧਿਆਨ ਰੱਖਿਆ ਜਾਵੇ, ਵੱਧ ਤੋਂ ਵੱਧ ਜਿੰਨਾ ਬਚਾਅ ਜਿਹੜਾ ਕੀਤਾ ਜਾਵੇ। ਮੇਰੇ ਖਿਆਲ ਨਾਲ ਅਲਬਰਟਾ ਵਿੱਚ ਤਾਂ ਕਾਫੀ ਦਿਨਾਂ ਤੋਂ ਸਨੋ ਜਿਹੜੀ ਉੱਥੇ ਪੈ ਰਹੀ ਹੈ ਔਰ ਆਲਰੇਡੀ ਕਾਫੀ ਠੰਡ ਉੱਥੇ ਹੋ ਚੁੱਕੀ ਹੈ ਜੀ। ਅਮਨਦੀਪ, ਕੁਝ ਵੀਡੀਓਜ਼ ਉਧਰੋਂ ਵੀ ਆਈਆਂ ਸਨ, ਐਡਮਿੰਟਨ ਦੇ ਵੀ। ਐਡਮਿੰਟਨ ਵੀ ਕਾਫੀ ਜ਼ਿਆਦਾ ਸਨੋ ਪੈ ਗਈ ਹੈ। ਟੈਂਪਰੇਚਰ ਜਿਹੜਾ ਇੱਕਦਮ ਉੱਥੇ ਫਲਕਚੁਏਟ ਕਰਦਾ, ਪਰ ਇੱਦਾਂ ਹੈ ਕਿ
ਐਡਮਿੰਟਨ ਦਾ ਸਾਨੂੰ ਪਤਾ ਵੀ ਵਨ ਆਫ ਦਾ ਕੋਲਡੈਸਟ ਰੀਜਨਸ ਹੈ। ਜਦੋਂ ਵੀ ਪਿਛਲੇ ਸਾਲ ਵੀ ਰਿਕਾਰਡ ਟੁੱਟੇ ਸੀ ਜੀ, ਜਦੋਂ ਵੀ ਫਾਲ ਵੈਦਰ ਆਉਂਦਾ ਤੇ ਉਹਨਾਂ ਨੇ ਇੱਕ ਆਪਣਾ ਮਾਰਕਾ ਉਹ ਐਸਟੈਬਲਿਸ਼ ਕਰਨਾ ਹੁੰਦਾ ਹਰ ਵਾਰ, ਤੇ ਉੱਥੋਂ ਦੇ ਲੋਕਾਂ ਨੂੰ ਮੈਨੂੰ ਕਹਿ ਲਓ ਵੀ ਕਾਫੀ ਜਿਹੜੀ ਆ ਉਹ ਆਦਤ ਪੈ ਚੁੱਕੀ ਹੈ ਇਸ ਚੀਜ਼ ਦੀ ਜੀ। ਪਰ ਫਿਰ ਵੀ ਜਿਹੜਾ ਬਾਕੀ ਰੀਜਨਸ ਦੇ ਨਾਲ ਉਹਨਾਂ ਦਾ ਟੈਂਪਰੇਚਰ ਕਾਫੀ ਜ਼ਿਆਦਾ ਡਾਊਨ ਹੁੰਦਾ, ਕਾਫੀ ਜਿਵੇਂ ਮੇਰੇ ਖਿਆਲ ਨਾਲ ਪਿਛਲੀ ਵਾਰ ਤਾਂ -50 ਤੋਂ ਪਾਰ ਕਰ ਗਿਆ ਸੀ ਉੱਥੇ ਦਾ ਟੈਂਪਰੇਚਰ। ਤੇ ਉਸ ਦੇ ਨਾਲ ਜਿਹੜਾ ਅਲਬਰਟਾ ਦਾ BC ਦਾ ਇਲਾਕਾ ਲੱਗਦਾ ਉੱਥੇ ਵੀ ਕਾਫੀ ਠੰਡ ਹੋ ਜਾਂਦਾ। ਅਸੀਂ ਅਗਰ ਇੱਥੋਂ ਵਿਲੀਅਮਸ ਲੇਕ ਤੋਂ ਇੱਥੋਂ ਹਾਲਾਂਕਿ ਆਪਾਂ ਜੇਕਰ ਇੱਥੋਂ ਮੈਟਰੋ ਵੈਨਕੂਵਰ ਤੋਂ ਨਿਕਲੀਏ, ਹੋਪ ਤੋਂ ਸ਼ੁਰੂ ਹੋ ਜਾਈਏ ਤਾਂ ਗਾਂ ਸਨੋ ਜਿਹੜੀ ਅਲੱਗ ਹੀ ਮੌਸਮ ਸ਼ੁਰੂ ਹੋ ਜਾਂਦਾ। ਸੋ ਅੱਗੇ ਨੂੰ ਜਾਂਦੇ ਜਾਂਦੇ ਪ੍ਰਿੰਸ ਜਾਰਜ, ਉਸ ਤੋਂ ਅੱਗੇ ਜਾ ਕੇ ਜੇਕਰ ਅਸੀਂ ਹੋਰ ਸ਼ਹਿਰਾਂ 'ਚ ਦੇਖੀਏ ਤਾਂ ਉੱਥੇ ਵੀ ਇਸ ਵਕਤ ਕਾਫੀ ਬਰਫਬਾਰੀ ਹੋਈ ਹੈ ਜੀ। ਮਨਦੀਪ, ਨਾਰਦਰਨ ਰੀਜਨ ਸਾਰਾ, ਜਦੋਂ ਤੁਸੀਂ ਬਿਲਕੁਲ ਬਹੁਤ ਵਧੀਆ ਜ਼ਿਕਰ ਕੀਤਾ ਕਿ ਜਦੋਂ ਅਸੀਂ ਬੇਸਿਕਲੀ ਮੈਟਰੋ ਵੈਨਕੂਵਰ ਲੰਘ ਗਏ ਉਸ ਤੋਂ ਬਾਅਦ ਹੋਪ ਤੋਂ ਮੈਰਿਟ ਦੀ ਇਹ ਜਿਹੜੀ ਮੈਨੂੰ ਅੱਜ ਤੱਕ ਲੱਗਦਾ ਕਿ ਮੈਂ ਜੇ ਤੁਹਾਨੂੰ ਕਹਾਂ ਪਿਛਲੇ 2 ਹਫ਼ਤਿਆਂ ਤੋਂ ਵੈਦਰ ਦੀ ਵਾਰਨਿੰਗ ਹਜੇ ਤੱਕ ਰੁਕੀ ਨਹੀਂ ਹੈ। ਹੋਪ ਤੋਂ ਮੈਰਿਟ ਹਰ ਵਾਰੀ ਫਲਕਚੁਏਟ ਕਰਦਾ ਜੀ ਵੀ ਅੱਜ ਸਨੋ ਪੈ ਸਕਦੀ ਹੈ, ਅੱਜ ਇੱਥੇ ਵਿਜ਼ਿਬਿਲਿਟੀ ਘੱਟ ਹੋਏਗੀ, ਸੋ ਧਿਆਨ ਰੱਖੋ। ਮਤਲਬ ਹੋਪ ਤੋਂ ਜਿਹੜਾ ਵੈਦਰ ਉਹ ਸਾਰਾ ਚੇਂਜ ਹੋ ਜਾਂਦਾ। ਤੇ ਉਸ ਤੋਂ ਬਾਅਦ ਜਿਹੜਾ ਬਾਰਡਰ ਰੀਜਨ ਹੈ, ਬੈਂਫ ਵਾਲੇ ਸਾਰੇ ਇਲਾਕੇ ਹੋ ਗਏ, ਉੱਤੇ ਜਿਹੜਾ ਲੇਕ ਲੂਈਸ ਵਾਲਾ ਰੀਜਨ ਹੈ ਸਾਰਾ ਜਿਹੜਾ ਉਹ, ਉੱਥੇ ਵੀ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਹੈ ਤੇ ਕਾਫੀ ਜ਼ਿਆਦਾ ਸਨੋ ਜਿਹੜੀ ਹੈ ਕਾਫੀ ਟਾਈਮ ਤੋਂ ਪੈ ਰਹੀ ਹੈ। ਸੋ ਉੱਥੇ ਵੀ ਇਸ ਚੀਜ਼ ਦਾ ਧਿਆਨ ਜਿਹੜਾ ਰੱਖਿਆ ਜਾਵੇ ਜੀ। ਬਿਲਕੁਲ। ਔਰ ਜਦੋਂ ਮੌਸਮ ਬਦਲਦਾ ਖਾਸ ਕਰਕੇ ਸਨੋ ਪੈਂਦੀ ਹੈ ਤੇ ਜਿੰਨੇ ਵੀ ਡਰਾਈਵਰਸ ਆ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਖਿਆਲ ਰੱਖਣਾ ਪੈਂਦਾ, ਚਾਹੇ ਉਹ ਛੋਟੀ ਕਾਰ ਦਾ ਡਰਾਈਵਰ ਹੋਵੇ ਚਾਹੇ ਟਰੱਕ ਡਰਾਈਵਰ ਹੋਣ, ਕਿ ਸਨੋ ਦੇ ਵਿੱਚ ਇੱਕ ਕਿਉਂਕਿ ਅਸੀਂ ਦੇਖਿਆ ਕਿ ਸੜਕ ਹਾਦਸੇ ਵੱਧ ਜਾਂਦੇ ਆ ਔਰ ਖਾਸ ਕਰਕੇ ਬਹੁਤ ਸਾਰੀਆਂ ਹਦਾਇਤਾਂ ਦਾ ਪਾਲਣ ਕਰਨਾ ਪੈਂਦਾ। ਸੋ ਸਭ ਨੂੰ ਅਪੀਲ ਹੈ ਕਿ ਇਹ ਕਰਨ। ਸੋ ਉਸ ਤੋਂ ਅੱਗੇ ਜੇ ਆਪਾਂ ਕੋਵਿਡ ਦੀ ਗੱਲ ਕਰੀਏ, ਵੈਕਸੀਨ ਬਾਰੇ ਗੱਲ ਆਪਾਂ ਕਰਦੇ ਹਾਂ, ਪਰ ਮੈਂ ਚਾਹੁੰਦਾ ਕਿ ਪਹਿਲਾਂ ਥੋੜ੍ਹੇ ਜਿਹਾ ਨੰਬਰਸ ਬਾਰੇ ਆਪਾਂ ਗੱਲ ਕਰ ਲਈਏ ਕਿ ਕੀ ਨੰਬਰਸ ਕੈਨੇਡਾ 'ਚ ਆ ਰਹੇ ਨੇ। ਜੀ ਮਨਦੀਪ, ਇਹ ਮੈਂ ਤੁਹਾਡੇ ਲਈ ਪੂਰੀ ਇੱਕ ਲਿਸਟ ਪ੍ਰਿਪੇਅਰ ਕੀਤੀ ਹੈ। ਸੋ ਚਲੋ ਸਟਾਰਟਿੰਗ ਕਰਦੇ ਹਾਂ ਅਲਬਰਟਾ ਤੋਂ। ਅਲਬਰਟਾ ਨਵੀਆਂ ਰਿਸਟ੍ਰਿਕਸ਼ਨ ਦਾ ਐਲਾਨ ਕਰਨ ਵਾਲਾ ਹੈ। ਜਸਟਿਨ ਕੈਨੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਦੇ ਜਿਹੜੇ ਸੂਬੇ ਦੇ ਜਿਹੜੇ ਰੀਜਨ ਦੇ ਨੰਬਰਸ ਨੇ ਉਹ ਕੰਟਰੋਲ ਵਿੱਚ ਨਹੀਂ ਆ ਰਹੇ, ਸੋ ਨਵੀਆਂ ਰਿਸਟ੍ਰਿਕਸ਼ਨਸ ਲਿਆਉਣੀਆਂ ਪੈਣਗੀਆਂ। ਤੇ ਮੰਡੇ ਨੂੰ ਜਿਹੜੇ ਕੇਸਿਸ ਉਹਨਾਂ ਕੋਲ ਆਏ ਆ 1549 ਕੇਸ ਆਏ ਆ, 5 ਨਵੀਆਂ ਡੈਥਸ ਹੋਈਆਂ ਨੇ, ਜਿਨ੍ਹਾਂ ਵਿੱਚੋਂ 328 ਜਿਹੜੇ ਆ ਸੀਵੀਅਰ ਕੇਸਿਸ ਨੇ ਤੇ ਉਹਨਾਂ ਵਿੱਚੋਂ 62 ਜਿਹੜੇ ਕੇਸਿਸ ਨੇ ਉਹ ਤੇ ਹਜੇ ਵੀ ICU ਦੇ ਵਿੱਚ ਨੇ, ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਨੇ। ਉਸ ਤੋਂ ਬਾਅਦ ਦੂਜੇ ਪਾਸੇ ਜੇ ਚੱਲੀਏ ਓਨਟਾਰੀਓ ਵੱਲ, ਓਨਟਾਰੀਓ ਦੇ ਜਿਹੜੇ ਨੰਬਰਸ ਆਏ ਨੇ ਉਹ ਕਾਫੀ ਹੈਰਾਨੀਜਨਕ ਨੇ। 1009 ਕੇਸ ਆਇਆ ਤੇ ਨਾਲ ਹੀ ਓਨਟਾਰੀਓ ਨੇ ਜਦੋਂ ਇਸ ਚੀਜ਼ ਦੀ ਮਤਲਬ ਕਹਿ ਲਓ ਵੀ ਇੱਕ ਤਰ੍ਹਾਂ ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਪਪੂਲਰ ਕਰਨਾ ਸੀਗਾ ਵੀ ਸਿਰਫ ਸਾਡੇ ਕੋਲ 1000 ਕੇਸ ਆਇਆ, ਉਹਦੇ ਤੋਂ ਪਹਿਲਾਂ ਹੀ ਜਿਹੜੀ ਉਹਨਾਂ ਦੀ ਮੇਨ ਪ੍ਰੋਵਿੰਸ਼ੀਅਲ ਰਿਪੋਰਟ ਆ ਉਹਦੇ ਵਿੱਚ ਆ ਗਿਆ ਜੀ ਵੀ ਕਿਤੇ ਨਾ ਕਿਤੇ ਡਾਟਾ ਦੀ ਐਰਰ ਹੈ ਵੀ ਇੰਨੇ ਘੱਟ ਨੰਬਰ ਨਹੀਂ ਆ ਸਕਦੇ। ਕੱਲ ਜਿਹੜੇ ਨੰਬਰ ਆਏ ਸੀ ਉਹ 1500 ਦੇ ਕਰੀਬ ਸੀ ਲਗਭਗ। ਜੀ ਮਨਦੀਪ, ਪਿਛਲੇ ਦਿਨਾਂ ਦੀ ਤੁਸੀਂ ਜੇ ਐਵਰੇਜ ਕੱਢ ਲਓ ਪਿਛਲੇ 10 ਤੋਂ 12 ਦਿਨਾਂ ਦੀ, ਤੇ 1500 ਤੋਂ ਘੱਟ ਮੈਨੂੰ ਲੱਗਦਾ ਨਹੀਂ ਕਿਸੇ ਵੀ ਦਿਨ ਨੰਬਰ ਆਏ। 1500 ਤੋਂ 1700 ਦੇ ਵਿਚਕਾਰ ਉਹਨਾਂ ਦੇ ਨੰਬਰ ਫਲਕਚੁਏਟ ਕਰਦੇ ਨੇ। ਸੋ ਵੀਕਐਂਡ ਦੇ ਦੌਰਾਨ ਤੇ ਕਾਫੀ ਕੇਸਿਸ ਵਧੇ ਹੋਣਗੇ, ਪਰ ਫਿਰ ਵੀ 1000 ਨੰਬਰ ਤੇ ਬਹੁਤ ਜ਼ਿਆਦਾ ਘੱਟ ਨੇ। 500 ਕੇਸਿਸ ਸਿੱਧਾ ਡਿੱਗ ਜਾਂਦੇ। ਸੋ ਉਹਨਾਂ ਨੇ ਆਪ ਹੀ ਆਪਣੀ ਡਾਟਾ ਰਿਪੋਰਟ ਦੇ ਵਿੱਚ ਕਹਿਤਾ ਵੀ ਇਹ ਵੀ ਹੋ ਜਾਂਦਾ ਨਾ ਕਿ ਜਦੋਂ ਦੇਖ ਲਿਆ ਵੀ ਹਾਂ ਅੱਜ ਕੇਸ ਘੱਟ ਆਏ ਆ ਤਾਂ ਨਾਲ ਹੀ ਥੋੜੇ ਜਿਹਾ ਲੋਕ ਰਿਲੈਕਸ ਹੋ ਜਾਂਦੇ ਆ, ਨਾਲ ਹੀ ਮਾਸਕ ਮਾੜਾ ਥੱਲੇ ਨੂੰ ਕਰ ਲੈਂਦੇ ਵੀ ਲੈ ਵੀ ਠੀਕ ਹੈ ਥੋੜਾ ਜਿਹਾ ਘਟ ਗਿਆ। ਸ਼ਾਇਦ ਉਹ ਤਾਂ ਵੀ ਉਹਨੂੰ ਵੀ ਚੀਜ਼ ਨੂੰ ਕਹੂਗਾ ਵੀ ਹੱਲੇ, ਕਿਉਂਕਿ ਹੱਲੇ ਵੀ 1000 ਕੇਸ ਵੀ ਬਹੁਤ ਆ, ਇਸ ਕਰਕੇ ਇਹਨੂੰ ਬਹੁਤਾ ਉਹ ਹਲਕੇ ਚ ਲੈਣ ਦੀ ਲੋੜ ਨਹੀਂ ਮਨਦੀਪ। ਨਾਲੇ ਦੂਜੀ ਗੱਲ ਸਭ ਤੋਂ ਹੈਰਾਨੀ ਵਾਲੀ ਇਹ ਹੈ ਵੀ ਬਾਕੀ ਚੀਜ਼ਾਂ ਵੀ ਸਾਰੀਆਂ ਮਾਫ ਨੇ, ਪਰ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਸ਼ਾਪਿੰਗ ਸੀਜ਼ਨ ਚੱਲ ਪਿਆ ਤੇ 1000 ਕੇਸ, ਇਹ ਦੋਵੇਂ ਗੱਲਾਂ ਆਪਸ 'ਚ ਨਹੀਂ ਮੈਚ ਕਰਦੀਆਂ ਜੀ। ਬਿਲਕੁਲ। ਉਹ ਸ਼ਾਪਿੰਗ ਸੀਜ਼ਨ ਨੂੰ ਰੋਕਣ ਲਈ ਕੱਲ੍ਹ ਇੱਕ ਮੈਨੀਟੋਬਾ ਤੋਂ ਆਪਾਂ ਦਰਸ਼ਕਾਂ ਨਾਲ ਖਬਰ ਵੀ ਸਾਂਝੀ ਕੀਤੀ ਸੀ ਕਿ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਨਨੈਸੈਸਰੀ ਸ਼ਾਪਿੰਗਸ ਵਾਲੀਆਂ ਚੀਜ਼ਾਂ ਨੇ ਤੁਸੀਂ ਮਾਲਸ ਦੇ ਵਿੱਚੋਂ ਹਟਾ ਦਿਓ ਉਹਨਾਂ ਨੂੰ, ਜਿਵੇਂ ਕਿ ਜੇਕਰ ਜਿਹੜੇ ਇੱਦਾਂ ਦੇ, ਕਿਉਂਕਿ ਵੈਸੇ ਤਾਂ ਅਨਨੈਸੈਸਰੀ ਵਾਲੇ ਸਟੋਰ ਤਾਂ ਬੰਦ ਕੀਤੇ ਹੋਏ ਆ, ਪਰ ਉਹਨਾਂ ਨਾਲ ਕਿਹਾ ਸੀ ਕਿ ਜੇਕਰ ਗਰੋਸਰੀ ਸਟੋਰਸ ਆ, ਕਿਉਂਕਿ ਇਹ ਤਾਂ ਐਸੈਂਸ਼ੀਅਲ ਵਿੱਚ ਆਉਂਦੇ ਨੇ, ਤੇ ਇਸ ਤੋਂ ਇਲਾਵਾ ਜੇ ਕਿਤੇ ਕੋਈ ਫਾਰਮੇਸੀ ਆ ਤਾਂ ਉਹਨਾਂ ਦੀਆਂ ਸ਼ੈਲਫਸ ਤੋਂ ਉੱਤੋਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਨਐਸੈਂਸ਼ੀਅਲ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਵੇ ਤਾਂ ਕਿ ਰਸ਼ ਨਾ ਪਵੇ ਲੋਕਾਂ ਦਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੇ ਉਹ ਉੱਥੇ ਕੈਨੇਡਾ ਦੇ ਵਿੱਚ ਕੀਤੇ ਜਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਇਸ ਕਰਕੇ ਅੰਟਾਰੀਓ ਵਿੱਚ ਤਾਂ ਹਾਲਾਂਕਿ ਇਹ ਨਹੀਂ ਕੀਤਾ ਗਿਆ, ਪਰ ਉਹਨਾਂ ਨੇ ਟਿਕਟਾਂ ਜ਼ਰੂਰ ਵੱਡੀਆਂ ਰੱਖੀਆਂ ਵੀ ਬਈ ਜੇਕਰ ਤੁਸੀਂ ਮਾੜੇ ਮੋਟੇ ਵੀ ਇੱਧਰ ਉੱਧਰ ਹੋਏ ਤਾਂ ਫਿਰ ਜੁਰਮਾਨੇ ਵੱਡੇ ਲੱਗਣਗੇ। ਜੀ ਮਨਦੀਪ, ਇਹਦੇ ਨਾਲ ਹੀ ਦੂਜੀ ਵੱਡੀ ਖਬਰ ਜਿਹੜੀ ਕੋਵਿਡ ਦੇ ਰਿਲੇਟਡ ਹੈ ਓਨਟਾਰੀਓ ਵੱਲੋਂ ਵੀ, ਓਨਟਾਰੀਓ ਅੱਜ ਤੋਂ ਸ਼ਾਇਦ ਸੀਨੀਅਰ ਕੇਅਰ ਹੋਮਸ ਦੇ ਵਿੱਚ ਜਾਂ ਜਿਹੜੇ ਹੋਰ ਲੌਂਗ ਟਰਮ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਰੈਪਿਡ ਟੈਸਟਿੰਗ ਜਿਹੜੀ ਉਹ ਸ਼ੁਰੂ ਕਰੇਗਾ, ਜਿਹੜੀ ਪਿਛਲੇ ਦਿਨੀ ਕੈਲਗਰੀ ਦੇ 에ਅਰਪੋਰਟ ਤੇ ਸ਼ੁਰੂ ਕੀਤੀ ਸੀਗੀ। ਸੋ ਇਹ ਮੈਨੂੰ ਲੱਗਦਾ ਵੀ ਕਾਫੀ ਵੱਡਾ ਬਦਲਾਅ ਹੈ ਸੂਬੇ ਦੇ ਲਈ, ਸੋ ਕਾਫੀ ਜ਼ਿਆਦਾ ਕੰਟਰੋਲ ਕੀਤਾ ਜਾ ਸਕਦਾ। ਤੇ ਦੂਜੇ ਪਾਸੇ ਅਸੀਂ ਆ ਜਾਈਏ BC ਦੇ ਹਜੇ ਨੰਬਰਸ ਨਹੀਂ ਆਏ। BC ਦੇ ਜਿਹੜੇ ਪੁਰਾਣੇ ਨੰਬਰਸ ਨੇ ਉਹ ਕਾਫੀ ਹੈਰਾਨੀਜਨਕ ਸੀਗੇ। 1933 ਕੇਸ ਤੇ 19 ਨਵੀਆਂ ਡੈਥਸ ਜਿਹੜੀਆਂ ਨੇ, ਤੇ ਹੁਣ ਤੱਕ ਜਿਹੜਾ ਸੂਬੇ ਦੇ ਵਿੱਚ 7360 ਕੇਸ ਪਹੁੰਚ ਚੁੱਕੇ ਨੇ, ਜਿਨ੍ਹਾਂ ਵਿੱਚੋਂ 348 ਮੌਤਾਂ ਹੋ ਚੁੱਕੀਆਂ। ਸੋ BC ਦੇ ਵੀ ਨੰਬਰਸ ਜਿਹੜੇ ਨੇ ਲਗਾਤਾਰ ਡਬਲ ਹੋ ਰਹੇ ਨੇ, ਡਬਲ ਡਿਜਿਟਸ ਦੇ ਵਿੱਚ ਮਲਟੀਪਲਾਈ ਹੋ ਰਹੇ ਆ। ਤੇ ਉਸ ਤੋਂ ਬਾਅਦ ਮੈਨੀਟੋਬਾ, ਤੁਹਾਨੂੰ ਪਤਾ ਮੈਨੀਟੋਬਾ ਤੇ ਸਸਕੈਚੂਅਨ ਦੇ ਵਿੱਚ ਲੋਕਡਾਊਨ ਕਰ ਦਿੱਤਾ ਗਿਆ ਸੀਗਾ। ਮੈਨੀਟੋਬਾ ਦੇ ਜਿਹੜੇ ਨੰਬਰਸ ਨੇ ਉਹ ਹੈਗੇ 476 ਨਵੇਂ ਕੇਸ ਆਏ ਨੇ ਅੱਜ, ਤੇ 12 ਨਵੀਆਂ ਡੈਥਸ ਹੋਈਆਂ ਨੇ।
ਫਿਰ ਵੀ ਕਿਤੇ ਨਾ ਕਿਤੇ ਉੱਥੇ ਲੱਗਦਾ ਵੀ ਹੁਣ ਜਿਹੜੀ ਇਹ ਕੰਡੀਸ਼ਨ ਥੋੜੀ ਨਾਰਮਲ ਹੋਣ ਲੱਗ ਜਾਏਗੀ ਜੀ। ਬਟ ਸਭ ਤੋਂ ਜ਼ਿਆਦਾ ਦਾਦ ਦੇਣੀ ਪਏਗੀ ਸਸਕੈਚੁਅਨ ਦੀ। ਸਸਕੈਚੁਅਨ ਨੇ ਅੱਜ ਇੱਕ ਰਿਪੋਰਟ ਕੰਪਾਈਲ ਕੀਤੀ ਹੈ ਮਨਦੀਪ, ਨੰਬਰਸ ਜਿਹੜੇ ਨੇ ਦੇਖਣ ਵਾਲੇ ਆ। ਉਹਨਾਂ ਨੇ ਬ੍ਰੇਕਡਾਊਨ ਜਿਹੜਾ ਮਤਲਬ ਨੈਕਸਟ ਲੈਵਲ ਤੱਕ ਉਹ ਲੈ ਗਏ ਨੇ ਉਸ ਚੀਜ਼ ਨੂੰ। ਉਹਨਾਂ ਨੇ ਕੀ ਕੀਤਾ, ਅੱਗੇ ਹੁੰਦਾ ਸੀਗਾ ਵੀ ਇਹ ਕਹਿੰਦੇ ਸੀ ਲੌਂਗ ਟਰਮ ਫੈਸਿਲਿਟੀ 'ਚੋਂ ਇੰਨੇ ਕੇਸ ਆ ਰਹੇ ਆ ਜੀ, ਇੱਧਰੋਂ ਇੰਨੇ ਕੇਸ ਆ ਰਹੇ ਆ, ਜਿਮ ਬੰਦ ਕਰ ਦਿਓ, ਇੱਥੇ ਇੰਨੇ ਕੇਸ ਆ ਰਹੇ। ਉਹਨਾਂ ਨੇ ਇੱਕ ਪਰਸੈਂਟੇਜ ਬ੍ਰੇਕਡਾਊਨ ਕਰਤੀ। ਉਹਨਾਂ ਨੇ ਕਿਹਾ ਵੀ ਜਿੰਨੇ ਨੰਬਰ ਸੂਬੇ ਦੇ ਵਿੱਚ ਹੈਗੇ ਨੇ ਇਸ ਟਾਈਮ ਕੋਵਿਡ ਦੇ, ਵੀ ਉਹਦੇ ਉੱਤੇ ਰਿਪੋਰਟ ਬਣਾਈ ਵੀ ਇਹ ਕੇਸਿਸ ਆਏ ਕਿੱਥੋਂ ਨੇ। ਸੋ ਉਹਦੀ ਰਿਪੋਰਟ ਦੀ ਬ੍ਰੇਕਡਾਊਨ ਮੈਂ ਤੁਹਾਨੂੰ ਦੱਸ ਦਿੰਦਾ। 25% ਕੇਸ ਉਹਨਾਂ ਨੇ ਕਿਹਾ ਰੈਕ ਸੈਂਟਰ ਜਿਹੜੇ ਨੇ ਜਾਂ ਜਿਹੜੇ ਜਿਮਸ ਨੇ ਇਹਨਾਂ ਤੋਂ ਆਏ ਆ। 17% ਜਿਹੜੇ ਕੇਸ ਨੇ ਵੈਡਿੰਗ ਪਾਰਟੀਜ਼ ਜਾਂ ਗੈਦਰਿੰਗਸ ਹੋਈਆਂ ਨੇ ਜਿਹੜੀਆਂ, ਉਹ ਸੈਲੀਬ੍ਰੇਸ਼ਨ ਗੈਦਰਿੰਗਸ, ਉਹਦੇ ਕਰਕੇ। 14% ਜਿਹੜੇ ਨੇ ਉਹ ਹੋਏ ਆ ਗਰੁੱਪ ਹੋਮਸ ਦੇ ਵਿੱਚ, ਵੀ ਜਦੋਂ ਲੋਕਾਂ ਨੇ ਆਪਣੇ ਘਰਾਂ ਦੇ ਨਾਲ ਘਰ ਜੋੜ ਕੇ ਕਿਤੇ ਮਤਲਬ ਕੋਈ ਮੀਟਿੰਗ ਕੀਤੀ ਜਾਂ ਕੋਈ ਟਾਊਨ ਹਾਲ ਮੀਟਿੰਗ ਹੋਈ, ਉੱਥੋਂ ਦੀ ਕੇਸ ਨਿਕਲੇ। 8% ਕੇਸ ਜਿਹੜੇ ਉਹ ਐਜੂਕੇਸ਼ਨਲ ਇੰਸਟੀਟਿਊਟਸ ਤੋਂ ਨੇ। ਸੋ ਕਿਤੇ ਟੀਚਰ ਨੂੰ ਕਿਤੇ ਨੂੰ ਹੋ ਗਿਆ ਜਾਂ ਕਿਸੇ ਬੱਚੇ ਨੂੰ ਹੋ ਗਿਆ, ਸੋ ਉੱਥੋਂ ਦੀ ਟ੍ਰਾਂਜੀਸ਼ਨ ਹੋਈ ਜਿਹੜੀ। ਤੇ 8% ਕੇਸ ਜਿਹੜੇ ਨੇ ਉਹ ਫੂਡ ਵਰਕਰਸ ਦੇ ਆ, ਵੀ ਫੂਡ ਵਰਕਰਸ ਕਿਤੇ ਕੰਮ ਕਰਦੇ ਸੀਗੇ, ਉਸ ਫੈਸਿਲਿਟੀ ਦੇ ਵਿੱਚ ਆ ਗਿਆ ਇੱਕ ਕੇਸ। ਉਸ ਤੋਂ ਬਾਅਦ ਉੱਧਰੋਂ ਫਿਰ 7% ਜਿਹੜੇ ਕੇਸ ਨੇ ਉਹ ਲੌਂਗ ਟਰਮ ਫੈਸਿਲਿਟੀ ਦੇ ਨੇ। 6% ਜਿਹੜੇ ਕੇਸ ਨੇ ਉਹ ਹੈਗੇ ਟੈਕਸੀ ਤੇ ਜਾਂ ਟਰਾਂਸਪੋਰਟੇਸ਼ਨ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਕਾਰਨ ਹੋਏ। ਤੇ 5% ਕੇਸ ਜਿਹੜੇ ਆ ਕਲੱਬਸ ਕਰਕੇ ਜਾਂ ਨਾਈਟ ਕਲੱਬਸ ਉਹਨਾਂ ਕਰਕੇ। ਤੇ 2% ਜਿਹੜੇ ਨੇ ਪਲੇਸਿਸ ਆਫ ਵਰਸ਼ਿਪ, ਕੋਈ ਵੀ ਜਿਵੇਂ ਤਾਂ ਜਿਹੜੀ ਅਸੀਂ ਕਹਿ ਸਕਦੇ ਵੀ ਥਾਵਾਂ ਨੇ ਜਿਹੜੀਆਂ ਵਰਸ਼ਿਪ ਦੀਆਂ, ਉੱਥੋਂ ਹੋਏ ਨੇ। ਸੋ ਨੰਬਰਸ ਜਿਹੜੇ ਨੇ ਕਾਫੀ ਹੈਰਾਨੀਜਨਕ ਨੇ, ਕਿਉਂਕਿ ਮੈਨੂੰ ਲੱਗਦਾ ਵੀ 7% ਕੇਸ ਜਿਹੜੇ ਉਹਨਾਂ ਦੇ ਲੌਂਗ ਟਰਮ ਫੈਸਿਲਿਟੀ 'ਚ ਆਏ ਨੇ। ਸਾਡੇ ਵਾਲੇ ਰੀਜਨ 'ਚ ਜੇ ਗੱਲ ਕੀਤੀ ਜਾਵੇ, ਸਾਡੇ ਵਾਲੇ ਰੀਜਨ 'ਚ ਲੌਂਗ ਟਰਮ ਫੈਸਿਲਿਟੀ 'ਚੋਂ ਕਾਫੀ ਜ਼ਿਆਦਾ ਕੇਸ ਆਏ ਨੇ। ਸੋ ਸਾਡੀ ਬ੍ਰੇਕਡਾਊਨ ਦੀ ਹਜੇ ਤੱਕ ਤਾਂ ਲਿਸਟ ਸਾਡੇ ਕੋਲ ਆਈ ਨਹੀਂ, ਬਟ ਸਾਡੇ ਨੰਬਰ ਜਿਹੜੇ ਨੇ ਇਹਨਾਂ ਨਾਲੋਂ ਥੋੜ੍ਹੇ ਜ਼ਿਆਦਾ ਵੈਰੀ ਕਰਨਗੇ। ਉਹਦੇ ਨਾਲ ਹੀ ਸਸਕੈਚੁਅਨ ਦੇ ਜਿਹੜੇ ਨੰਬਰਸ ਅੱਜ ਆਏ ਨੇ ਉਹਦੇ ਵਿੱਚ 235 ਨਵੇਂ ਕੇਸ ਨੇ ਤੇ 4 ਨਵੀਆਂ ਡੈਥਸ ਹੋਈਆਂ ਨੇ। ਸੋ ਇਹ ਸੀਗਾ ਹੁਣ ਤੱਕ ਦਾ ਕੋਵਿਡ ਦਾ ਬ੍ਰੇਕਡਾਊਨ। ਜੀ ਬਿਲਕੁਲ। ਔਰ ਮੈਨੂੰ ਲੱਗਦਾ ਕਿ ਕਾਫੀ ਵਧੀਆ ਰਿਪੋਰਟ ਤੁਸੀਂ ਤਿਆਰ ਕੀਤੀ ਹੈ। ਜਿਹੜਾ ਸਾਰੇ ਕੈਨੇਡਾ ਦੇ ਹਾਲਾਤ ਦੱਸੇ ਆ, BC ਦੇ ਹਲੇ ਨੰਬਰ ਸੋਹਣੇ ਜਦੋਂ ਆਉਣਗੇ ਅਸੀਂ ਉਹ ਵੀ ਜਿਹੜੇ ਦੱਸ ਦਾਂਗੇ ਦਰਸ਼ਕਾਂ ਨੂੰ। ਪਰ ਇੱਥੇ ਅੱਜ ਕਿਉਂਕਿ ਜਸਟਿਨ ਟਰੂਡੋ ਜਿਹੜੇ ਆ ਉਹ ਫਿਰ ਮੀਡੀਆ ਨਾਲ ਸੰਬੋਧਨ ਕਰਨ ਆਏ ਸੀ, ਵੈਕਸੀਨ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ। ਹਾਲਾਂਕਿ ਉਹਨਾਂ ਨੇ ਇੱਕ ਚੰਗੀ ਖਬਰ ਵੀ ਦਿੱਤੀ ਆ, ਪਰ ਨਾਲ ਨਾਲ ਉਹਨਾਂ ਨੇ ਨਸੀਹਤ ਵੀ ਦਿੱਤੀ ਹੈ ਵੀ ਜੇਕਰ ਤੁਹਾਨੂੰ ਇਸ ਹਫਤੇ ਕੋਵਿਡ ਹੁੰਦਾ ਤਾਂ ਤੁਹਾਡੀ ਵੈਕਸੀਨ ਕੋਈ ਮਦਦ ਨਹੀਂ ਕਰ ਸਕਦੀ, ਕਿਉਂਕਿ ਵੈਕਸੀਨ ਹਾਲੇ ਮੰਥਸ ਅਵੇ ਆ। ਪਰ ਜੇ ਚਰਚਾ ਇਹ ਚੱਲ ਰਹੀ ਹੈ, ਹਾਲਾਂਕਿ ਇੱਕ ਜਿਹੜੀ ਐਮਰਜੈਂਸੀ ਵਿੱਚ ਜਿਹੜਾ ਵਾ ਇਲਾਜ ਕਰਨ ਲਈ ਜਿਹੜਾ ਹੈਲਥ ਕੈਨੇਡਾ ਨੇ ਅਪਰੂਵਲ ਦੇ ਦਿੱਤੀ ਸੀ ਕੱਲ, ਇੱਕ ਜਿਹੜੀ ਐਲੀ ਲਿਲੀ ਕੰਪਨੀ ਦੀ ਵੈਕਸੀਨ ਹੈ ਉਹਨੂੰ। ਤੇ ਅੱਜ ਜਿਹੜਾ ਵਾ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਅਸੀਂ ਉਹਦੀਆਂ 26,000 ਜਿਹੜੀਆਂ ਡੋਸਸ ਆ ਉਹ ਖਰੀਦ ਰਹੇ ਆ। ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੈਨੇਡਾ ਦੇ ਕੁਝ ਸਾਇੰਟਿਸਟ ਆ ਜਾਂ ਇੱਥੋਂ ਵੈਨਕੂਵਰ ਤੋਂ ਇੱਕ ਸੰਸਥਾ ਉਹ ਮਿਲ ਕੇ ਨਾਲ ਇਸ ਦਵਾਈ ਤੇ ਕੰਮ ਕਰ ਰਹੇ ਸੀਗੇ। ਤੇ ਉਹਦੀਆਂ ਜਿਹੜੀਆਂ ਹੋਰ ਵੀ ਆਪਸ਼ਨਸ ਹੈਗੀਆਂ ਨੇ, ਹੋਰ ਵੀ ਦਵਾਈ ਖਰੀਦ ਸਕਦੇ ਆ। ਤੇ ਜਿਹੜੇ 12 ਸਾਲ ਤੋਂ ਉੱਪਰ ਦੇ ਜਿਹੜੇ ਮਰੀਜ਼ ਆ ਜਾਂ ਜਿਹੜੇ ਫਰੰਟ ਵਰਕਰਸ ਕੰਮ ਕਰ ਰਹੇ ਆ, ਉਹਨਾਂ ਨੂੰ ਇਹ ਵੈਕਸੀਨ ਦਿੱਤੀ ਜਾ ਸਕਦੀ ਹੈ। ਇਹ ਇਲਾਜ ਲਈ ਆ, ਬਚਾਅ ਲਈ ਨਹੀਂ, ਕਿ ਜਦੋਂ ਇਲਾਜ ਕਰਨ ਲਈ ਜਿਹੜਾ ਵਾ ਟ੍ਰੀਟਮੈਂਟ ਕਰਨ ਲਈ ਜਿਹੜੀ ਇਹ ਵੈਕਸੀਨ ਜਿਹੜੀ ਉਹ ਵਰਤੀ ਜਾਊਗੀ। ਪਰ ਫਿਲਹਾਲ ਜਿਹੜੇ ਜ਼ਿਆਦਾ ਸ਼ਾਇਦ ਸੀਰੀਅਸ ਨੇ, ਜਿਹੜੇ ਆਕਸੀਜਨ ਉੱਤੇ ਨੇ, ਵੈਂਟੀਲੇਟਰ ਨੇ, ਹੋ ਸਕਦਾ ਕਿ ਉੱਥੇ ਥੋੜ੍ਹਾ ਇਹਦੇ ਵੈਕਸੀਨ ਦੀ ਵਰਤੋਂ ਨਾ ਹੋ ਸਕੇ। ਉੱਥੇ ਥੋੜ੍ਹਾ ਦੇਖਣ ਵਾਲੀ ਗੱਲ ਹੈ ਕਿ ਡਾਕਟਰ ਕਿਵੇਂ ਵਰਤਦੇ ਨੇ, ਉਹਦੇ ਸੰਬੰਧੀ ਬਹੁਤਾ ਸਪਸ਼ਟ ਨਹੀਂ ਕੀਤਾ ਗਿਆ। ਪਰ ਨਾਲ ਅੰਗਤ ਗੱਲ ਇਹ ਵੀ ਹੈ ਕਿ ਸ਼ਾਇਦ ਕੈਨੇਡਾ ਨੂੰ ਵੈਕਸੀਨ ਜਿਹੜੀ ਹੈ ਉਹ ਥੋੜ੍ਹੀ ਲੇਟ ਮਿਲ ਸਕਦੀ ਹੈ, ਕਿਉਂਕਿ ਅਮਰੀਕਾ ਨੇ ਕਹਿ ਦਿੱਤਾ ਕਿ ਅਸੀਂ 12 ਦਸੰਬਰ ਤੋਂ ਆਪਣਾ ਟੀਕਾ ਸ਼ੁਰੂ ਕਰ ਰਹੇ ਹਾਂ। ਇੰਗਲੈਂਡ ਨੇ ਵੀ ਕਹਿ ਦਿੱਤਾ ਅਸੀਂ ਕਰ ਰਹੇ ਹਾਂ। ਪਰ ਕੈਨੇਡਾ ਇਸ ਮਸਲੇ ਤੇ ਚੁੱਪ ਆ। ਕੈਨੇਡਾ ਇਸ ਕਰਕੇ ਚੁੱਪ ਆ ਕਿਉਂਕਿ ਕੈਨੇਡਾ ਆਪਣੀ ਜਿਹੜੀ ਇੱਥੇ ਮੈਨੂਫੈਕਚਰਿੰਗ ਆ, ਜਿਹੜੀ ਇੱਥੇ, ਕਿਉਂਕਿ ਇਹਦੀ ਉਹ ਜ਼ਿਆਦਾ ਇਹਨੂੰ ਉਪਲਬਧ ਨਹੀਂ ਕਰਾ ਸਕਦਾ, ਇਸ ਕਰਕੇ ਕੈਨੇਡਾ ਡਿਪੈਂਡੈਂਟ ਹੈ ਹੋਰਾਂ ਕੰਟਰੀਜ਼ ਤੇ। ਹਾਲਾਂਕਿ 6-7 ਕੰਪਨੀਆਂ ਨਾਲ ਜਿਹੜੇ ਐਗਰੀਮੈਂਟ ਹੋਏ ਆ, ਕੈਨੇਡਾ ਨੇ ਇਨਵੈਸਟ ਵੀ ਕੀਤਾ ਸੀ। ਪਰ ਇਹ ਹੈ ਕਿ ਮੰਨ ਲਓ ਹੁਣ ਜੇਕਰ ਅਮਰੀਕਾ ਦੇ ਵਿੱਚ ਵੈਕਸੀਨ ਤਿਆਰ ਹੁੰਦੀ ਆ, ਕਿਉਂਕਿ ਪਹਿਲਾਂ ਜਿਹੜੀ ਸੰਭਾਵਨਾ ਇਹੀ ਆ ਕਿ ਜਰਮਨੀ, ਅਮਰੀਕਾ ਤੇ ਇੰਗਲੈਂਡ, ਇੱਥੇ ਇਹ ਵੈਕਸੀਨ ਜਿਹੜੀ ਆ ਸਭ ਤੋਂ ਪਹਿਲਾਂ ਤਿਆਰ ਹੋਵੇਗੀ। ਤਾਂ ਫਿਰ ਨੈਚੁਰਲ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਵੈਕਸੀਨ ਉਹ ਆਪਣੇ ਬੰਦਿਆਂ ਨੂੰ ਦੇਣਗੇ ਪਹਿਲਾਂ। ਸੋ ਅਮਰੀਕਾ ਨੇ ਤਾਂ ਆਪਣਾ ਇੱਕ ਟਾਰਗੇਟ ਵੀ ਸੈੱਟ ਕਰ ਲਿਆ ਕਿ ਦਸੰਬਰ ਦੇ ਵਿੱਚ 20 ਮਿਲੀਅਨ ਲੋਕਾਂ ਨੂੰ ਜਿਹੜੀ ਉਹ ਵੈਕਸੀਨ ਦਿੱਤੀ ਜਾਊਗੀ। ਤੇ ਉਸ ਤੋਂ ਬਾਅਦ ਹਰੇਕ ਮਹੀਨੇ ਜਿਹੜਾ 30 ਮਿਲੀਅਨ ਲੋਕਾਂ ਨੂੰ ਜਿਹੜੀ ਆ ਇਹ ਵੈਕਸੀਨ ਜਿਹੜੀ ਆ ਦਿੱਤੀ ਜਾਊਗੀ। ਸੋ ਇਸ ਤਰ੍ਹਾਂ ਪੂਰੀ ਕੰਟਰੀ ਜਿਹੜੀ ਉਹ ਕਵਰ ਕੀਤੀ ਜਾਊਗੀ। ਪਰ ਕੈਨੇਡਾ ਇਸ ਮਸਲੇ ਤੇ ਚੁੱਪ ਆ। ਅਸੀਂ ਕੱਲ ਵੀ ਇੱਥੇ ਰਣਦੀਪ ਸਰਾਏ ਹੁਣੀ ਮੈਂਬਰ ਪਾਰਲੀਮੈਂਟ ਉਹਨਾਂ ਨਾਲ ਗੱਲਬਾਤ ਕੀਤੀ ਸੀ। ਉਹ ਕਹਿੰਦੇ ਕਿ ਸਾਡੇ ਕੋਲ ਸੈਂਪਲ ਪਹੁੰਚ ਗਏ ਆ, ਜਦੋਂ ਹੈਲਥ ਕੈਨੇਡਾ ਅਪਰੂਵ ਕਰੂਗੀ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਵੈਕਸੀਨ ਆਉਂਦੀ ਆ ਤੇ ਫਿਰ ਅਸੀਂ ਇਹ ਪਲਾਨ ਬਣਾਇਆ ਹੋਇਆ ਕਿ ਜਿਹੜੇ ਹਾਈ ਰਿਸਕ ਪਾਪੂਲੇਸ਼ਨ ਹੈ, ਸਭ ਤੋਂ ਪਹਿਲਾਂ ਉਹਨੂੰ ਇਹ ਵੈਕਸੀਨ ਜਿਹੜੀ ਉਹ ਦਿੱਤੀ ਜਾਊਗੀ। ਪਰ ਫਿਰ ਵੀ ਇਹਦੇ ਵਿੱਚ ਇਹ ਆ ਕਿ ਕੋਈ ਡੇਟ ਨਹੀਂ ਦਿੱਤੀ ਜਾ ਰਹੀ। ਟਰੂਡੋ ਸਾਹਿਬ ਨੇ ਸਮਾਂ ਦਿੱਤਾ ਕਿ 2021 ਦੀ ਪਹਿਲੀ ਤਿਮਾਹੀ, ਭਾਵ ਕਿ ਜਨਵਰੀ, ਫਰਵਰੀ ਤੇ ਮਾਰਚ। ਸੋ ਹੁਣ ਇਹਦੇ ਵਿੱਚ ਦੇਖਣਾ ਇਹ ਬਣਦਾ ਕਿ ਕੈਨੇਡਾ ਕੋਲ ਵੈਕਸੀਨ ਕਦੋਂ ਆਉਂਦੀ ਆ, ਕਿੰਨੀ ਜਿਹੜੀ ਆ ਉਹ ਤਾਦਾਦ ਵਿੱਚ ਆਉਂਦੀ ਆ, ਫਿਰ ਉਹਨੂੰ ਕਿਵੇਂ ਵੰਡਿਆ ਜਾ ਸਕਦਾ। ਕਿਉਂਕਿ ਜੇਕਰ ਅਸੀਂ ਕੇਸਸ ਦੀ ਨੰਬਰ ਗੱਲ ਕਰੀਏ
ਤਾਂ ਐਕਟਿਵ ਕੇਸਸ ਜਿਹੜੇ ਆ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਕਿਊਬੈਕ 'ਚ ਜ਼ਿਆਦਾ ਨੇ, ਅੰਟਾਰੀਓ 'ਚ ਜ਼ਿਆਦਾ ਨੇ, ਫਿਰ ਅਲਬਰਟਾ ਵਿੱਚ ਵੀ ਨੇ, BC ਵਿੱਚ ਨੇ। ਸੋ ਕਿਸ ਤਰ੍ਹਾਂ ਹੁਣ ਇਹ ਡਿਸਟਰੀਬਿਊਟ ਕੀਤੀ ਜਾਂਦੀ ਹੈ। ਹਾਲਾਂਕਿ ਇਹਦੇ ਲਈ ਜਿਹੜਾ ਵਾ ਅੰਟਾਰੀਓ ਵਿੱਚ ਤਾਂ ਇੱਕ ਟਾਸਕ ਫੋਰਸ ਉੱਥੇ ਜਿਹੜੇ ਆ ਪ੍ਰੀਮੀਅਰ ਡਗ ਫੋਰਡ ਹੋਣੀ ਉਹਨਾਂ ਨੇ ਬਣਾਤੀ ਆ, ਤੇ ਜਿਹੜੇ ਕੈਨੇਡੀਅਨ ਆਰਮੀ ਦੇ ਸਾਬਕਾ ਚੀਫ ਆ ਰਿਟਾਇਰ, ਉਹਨਾਂ ਨੂੰ ਇਸ ਟਾਸਕ ਫੋਰਸ ਦਾ ਮੁਖੀ ਲਾ ਕੇ ਉਹਨਾਂ ਨੇ ਕਿਹਾ ਕਿ ਸਾਡੀ ਮਦਦ ਕਰਨਗੇ ਕਿ ਅਸੀਂ ਕਿਵੇਂ ਰੀਜਨਸ ਦੇ ਵਿੱਚ ਜਿਹੜੀ ਆ ਉਹ ਵੈਕਸੀਨ ਪਹੁੰਚਾਉਣੀ ਆ। ਤੇ ਕੈਨੇਡੀਅਨ ਆਰਮੀ ਵੀ ਇਹਦੇ ਵਿੱਚ ਇਨਵੋਲਵ ਹੋ ਗਈ ਹੈ ਕਿ ਪੂਰੇ ਕੈਨੇਡਾ 'ਚ ਅਸੀਂ ਵੈਕਸੀਨ ਕਿਵੇਂ ਪਹੁੰਚਾਉਣੀ ਆ। ਪਰ ਸਵਾਲ ਇਹ ਬਣਿਆ ਹੋਇਆ ਕਿ ਕੈਨੇਡਾ 'ਚ ਆਖਰ ਵੈਕਸੀਨ ਕਦੋਂ ਆਵੇਗੀ, ਡੇਟ ਦਾ ਹਾਲੇ ਕੋਈ ਐਲਾਨ ਨਹੀਂ ਹੋ ਰਿਹਾ। ਸੋ ਇਹਦੇ ਸੰਬੰਧੀ ਥੋੜ੍ਹੀ ਇੱਥੇ ਚਿੰਤਾ ਜ਼ਰੂਰ ਪ੍ਰਗਟ ਕੀਤੀ ਜਾ ਰਹੀ ਹੈ। ਹਾਲਾਂਕਿ ਇੰਨੀ ਗੱਲ ਜ਼ਰੂਰ ਹੈ ਕਿ ਕੈਨੇਡਾ ਨੇ ਇਹਨਾਂ ਕੰਪਨੀਆਂ ਨਾਲ ਪਹਿਲਾਂ ਕਰਾਰ ਕਰ ਲਿਆ ਸੀ, ਕੈਨੇਡਾ ਨੇ ਪਹਿਲਾਂ ਜਿਹੜੇ ਸੀ ਇਹਦੇ ਵਿੱਚ ਇਨਵੈਸਟਮੈਂਟ ਕਰਤਾ ਸੀ, ਫੰਡਿੰਗ ਕੀਤੀ ਸੀ, ਇਸ ਕਰਕੇ ਕੈਨੇਡਾ ਨੂੰ ਜਿਹੜੇ ਆ ਉਹ ਰਾਈਟਸ ਮਿਲੇ ਆ ਇਹਨਾਂ ਮੁਲਕਾਂ ਨਾਲ। ਪਰ ਮੈਨੂੰ ਲੱਗਦਾ ਕਿ ਇੰਨਾ ਤੈਅ ਹੈ ਕਿ ਸਾਨੂੰ ਵੈਕਸੀਨ ਜਿਹੜੀ ਆ ਉਹ ਜਰਮਨੀ, ਅਮਰੀਕਾ ਤੇ ਇੰਗਲੈਂਡ ਤੋਂ ਮਗਰੋਂ ਬਾਅਦ 'ਚ ਫਿਰ ਕੈਨੇਡਾ ਨੂੰ ਲੱਗਦਾ ਮਿਲੂਗੀ। ਸੋ ਇਸ ਤੋਂ ਅੱਗੇ ਹੋਰ ਵੀ ਜਿਹੜੀ ਆ ਉਹ ਚਰਚਾ ਕਰਾਂਗੇ ਕਿ ਕਿਵੇਂ ਹੁੰਦੇ ਆ ਪੱਕੀਆਂ ਡੇਟਾਂ ਤੇ। ਪਰ ਮੈਨੂੰ ਲੱਗਦਾ ਕਿ ਹੱਲੇ ਵੈਕਸੀਨ ਜਿਹੜੀ ਆ ਉਹ ਇਸ ਤਰੀਕੇ ਨਾਲ ਜਿਹੜੀ ਆ ਜੋ ਇਹ ਹਾਲਾਤ ਚੱਲ ਰਹੇ ਨੇ। ਜੀ ਮਨਦੀਪ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 8 ਵੱਖਰੀਆਂ ਕੰਪਨੀਆਂ ਦੇ ਨਾਲ ਸਾਡੇ ਕੰਟਰੈਕਟ ਆ, ਸੋ ਕੋਈ ਵੀ ਸਾਨੂੰ ਇੱਕ ਡੈਡਲਾਈਨ ਨਹੀਂ ਮਿਲੀ ਹਜੇ ਤੱਕ ਪੂਰੇ ਕੈਨੇਡਾ ਦੇ ਲਈ। ਡੈਡਲਾਈਨ ਉਹੀ ਆ ਕਿ ਹੁਣ ਜਿਹੜੀ ਆ ਉਹਨਾਂ ਨੇ ਦਾਅਵਾ ਕਰਤਾ ਕਿ ਸਾਡੀ ਇੰਨੀ % ਇਫੈਕਟਿਵ ਆ। ਹੁਣ ਉਹਦੀ ਫਾਰਮੂਲਾ ਤਿਆਰ ਹੋ ਗਿਆ ਹੁਣ, ਕਿਉਂਕਿ ਮੈਨੂਫੈਕਚਰਿੰਗ ਦੀਆਂ ਤਿਆਰੀਆਂ ਤਾਂ ਬਹੁਤ ਸ਼ੁਰੂ ਤੋਂ ਹੀ ਕੀਤੀਆਂ ਹੋਈਆਂ ਸੀ, ਸਾਰਾ ਕੁਝ ਤਿਆਰ ਸੀ, ਟੀਕੇ ਤਿਆਰ ਸੀ, ਸ਼ੀਸ਼ੀਆਂ ਤਿਆਰ ਸੀ, ਮਸ਼ੀਨਾਂ ਤਿਆਰ ਸੀ, ਬਸ ਇੱਕ ਫਾਰਮੂਲਾ ਨਹੀਂ ਸੀ ਬਣਿਆ ਦਵਾਈ ਦਾ। ਹੁਣ ਫਾਰਮੂਲਾ ਜਿਹੜਾ ਵਾ ਉਹ ਬਣ ਗਿਆ ਵਾ, ਹੁਣ ਹੈਲਥ ਕੈਨੇਡਾ ਉਹਨੂੰ ਅਪਰੂਵ ਕਰੇਗਾ ਤੇ ਉਸ ਤੋਂ ਬਾਅਦ ਜਿਹੜੀ ਆ ਫਿਰ ਉਹਦੀ ਮੈਨੂਫੈਕਚਰਿੰਗ ਸ਼ੁਰੂ ਹੋਊਗੀ, ਫਿਰ ਉਹਦਾ ਉਤਪਾਦਨ ਸ਼ੁਰੂ ਹੋਊਗਾ। ਉਸ ਤੋਂ ਬਾਅਦ ਜਿਹੜਾ ਵਾ ਫਿਰ ਉਹਨੂੰ ਸ਼ਿਪਿੰਗ ਕੀਤਾ ਜਾਊਗਾ। ਹੁਣ ਜਿਹੜੀ ਚੀਜ਼ ਅਮਰੀਕਾ 'ਚ ਬਣ ਕੇ ਸਾਡੇ ਕੋਲ ਆਉਣੀ ਆ, ਉਹ ਪਹਿਲਾਂ ਅਮਰੀਕਾ ਵਾਲੇ ਖੁਦ ਉਹਨੂੰ ਜਿਹੜਾ ਵਾ ਕੰਜ਼ਿਊਮ ਕਰਨਗੇ, ਉਸ ਤੋਂ ਬਾਅਦ ਫਿਰ ਸਾਨੂੰ ਦੇਣਗੇ। ਹੁਣ ਇਹਦੇ ਵਿੱਚ ਇਹ ਦੇਖਣਾ ਬਣਦਾ ਕਿ ਕਿਸ ਹਿਸਾਬ ਨਾਲ ਉਹ ਕੰਪਨੀਆਂ ਨੂੰ ਅਲਾਓ ਕਰਦੇ ਆ ਕਿ ਤੁਸੀਂ ਕਿੰਨੀ ਸ਼ਿਪ ਕਰ ਸਕਦੇ ਆ ਕੈਨੇਡਾ ਨੂੰ, ਕਿੰਨੀ ਵੈਕਸੀਨ ਆਉਂਦੀ ਆ। ਕਿਉਂਕਿ ਹਾਲਾਂਕਿ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਤਾਦਾਦ ਵਿੱਚ ਜਿਹੜੀ ਉਹ ਵੈਕਸੀਨ ਕੈਨੇਡਾ ਨੇ ਬੁੱਕ ਕੀਤੀ ਹੋਈ ਆ, ਤੇ ਖਾਸ ਕਰਕੇ ਜਿਹੜੀਆਂ 20 ਮਿਲੀਅਨ ਡੋਸਸ ਤਾਂ ਆਹ 2 ਕੰਪਨੀਆਂ ਦੀਆਂ ਸਾਡੇ ਕੋਲ ਹੈਗੀਆਂ ਨੇ, ਜਿਹੜੀ ਫਾਈਜ਼ਰ ਤੇ ਮੋਡਰਨਾ ਕੰਪਨੀ ਆ ਅਮਰੀਕਾ ਦੀ। ਔਰ ਇਹੀ ਜਿਹੜੀ ਸਾਡੀ ਪਾਪੂਲੇਸ਼ਨ ਨੂੰ ਕਵਰ ਕਰਦੀ ਹੈ, ਕਿਉਂਕਿ 38 ਮਿਲੀਅਨ ਦੇ 39 ਮਿਲੀਅਨ ਤੋਂ ਅੰਡਰ ਸਾਡੀ ਪਾਪੂਲੇਸ਼ਨ ਹੈਗੀ ਕੈਨੇਡਾ ਦੀ। ਤੇ ਜੇਕਰ ਅਸੀਂ ਦੇਖੀਏ ਤਾਂ 40 ਮਿਲੀਅਨ ਡੋਸਸ ਤਾਂ ਇਹਨਾਂ ਦੋਵਾਂ ਕੰਪਨੀਆਂ ਕੋਲੋਂ। ਸੋ ਇੱਕ ਟੀਕਾ ਤਾਂ ਲੱਗ ਜੂ ਸਾਰਿਆਂ ਦੇ। ਪਰ ਹੁਣ ਦੇਖਣਾ ਇਹ ਬਣਦਾ ਕਿ ਕਿੰਨੀ ਆਉਂਦੀ ਹੈ, ਕਿ ਸਾਨੂੰ ਪਹਿਲਾਂ 1 ਲੱਖ ਡੋਸ ਆਉਂਦੀ ਆ, ਕਿੰਨੀਆਂ ਉਹ ਕਿਸ਼ਤਾਂ ਦੇ ਵਿੱਚ ਆਉਂਦੀ ਹੈ, ਕਿਸ ਤਰ੍ਹਾਂ ਆਉਂਦੀ ਹੈ, ਇਹਦੇ ਹੱਲੇ ਬਾਰੇ ਕੋਈ ਜਾਣਕਾਰੀ ਜਿਹੜੀ ਸਾਂਝੀ ਨਹੀਂ ਕੀਤੀ ਗਈ ਆ। ਤੇ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੇ ਦੱਸਤਾ ਕਿ ਆਪਣਾ ਟਾਰਗੇਟ ਅਨਾਉਂਸ ਕਰਤਾ ਵੀ ਅਸੀਂ ਦਸੰਬਰ ਦੇ ਵਿੱਚ ਜਿਹੜਾ ਵਾ ਉਹ 20 ਮਿਲੀਅਨ, ਉਸ ਤੋਂ ਬਾਅਦ ਹਰੇਕ ਮਹੀਨੇ 30 ਮਿਲੀਅਨ ਜੇ ਉਤਪਾਦਨ ਹੋਰ ਵੱਧਦਾ ਆ ਤਾਂ ਹੋਰ ਵੀ ਜਿਹੜਾ ਵਾ ਇਹਦੇ ਉੱਤੇ ਜਿਹੜਾ ਵਾ ਉਹ ਵਾਧਾ ਕੀਤਾ ਜਾ ਸਕਦਾ। ਸੋ ਦੇਖਦੇ ਹਾਂ ਕੀ ਬਣਦਾ ਆ। ਸੋ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਅੱਜ ਕੈਨੇਡਾ ਦੇ ਨਾਲ ਸੰਬੰਧਿਤ ਕਿਹੜੀ ਖਬਰ ਹੈ? ਮਨਦੀਪ, ਕੈਨੇਡਾ ਦੇ ਨਾਲ ਹੋਰ ਸੰਬੰਧਿਤ ਸਾਡੇ ਕੋਲ ਖਬਰਾਂ ਹੈਗੀਆਂ। ਇੱਕ ਜਿਹੜੀ ਸਰੀ ਦੇ ਰਿਲੇਟਡ ਸਭ ਤੋਂ ਵੱਡੀ ਖਬਰ ਹੈ। ਸਰੀ ਦੀ ਬੈਕਬੋਨ ਮੰਨੀ ਜਾਂਦੀ ਹੈ। ਇੱਕ ਤੇ ਕਿੰਗ ਜਾਰਜ ਤੇ ਚੱਲਣ ਵਾਲੀ ਜਿਹੜੀ ਐਕਸਪ੍ਰੈਸ ਬੱਸ ਹੈ 99 B ਲਾਈਨ ਸਰਵਿਸ ਜਿਹਨੂੰ ਕਹਿੰਦੇ ਸੀਗੇ, 96 B ਲਾਈਨ। ਤੇ ਉਸ ਤੋਂ ਬਾਅਦ ਦੂਜੀ ਜਿਹੜੀ ਬੱਸ ਸਰਵਿਸ ਆ ਉਹ 319 ਹੈ, 319 ਜਿਹੜੀ ਸਕਾਟ ਰੋਡ ਤੋਂ ਚੱਲਦੀ ਹੈ ਨਿਊਟਨ ਬੱਸ ਲੂਪ ਤੱਕ। ਸੋ ਇਹ ਬੈਕਬੋਨ ਮੰਨੀਆਂ ਗਈਆਂ ਨੇ। ਇਹਦੇ ਰਿਲੇਟਡ ਕੇਪੂਜੂ ਤੱਕ ਨੱਕੋ ਨੱਕ ਭਰੀ ਹੁੰਦੀ ਹੈ ਜੀ ਮਨਦੀਪ। ਤੇ ਉਸ ਦੇ ਰਿਲੇਟਡ ਪਹਿਲਾਂ ਨਾ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀਗੀ ਵੀ ਸਰੀ ਦੇ ਵਿੱਚ ਹੋਰ ਰੈਪਿਡ ਬੱਸ ਸਰਵਿਸ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣ ਜੀ, ਪਰ ਟਰਾਂਸਲਿੰਕ ਵੱਲੋਂ ਕੋਈ ਵੀ ਹੰਗਾਰਾ ਨਹੀਂ ਸੀ ਭਰਿਆ ਗਿਆ। ਉਸ ਤੋਂ ਬਾਅਦ ਇੱਕ ਰਿਪੋਰਟ ਕੰਪਾਈਲ ਕੀਤੀ ਗਈ ਵੀ ਕਿੱਥੇ ਸਭ ਤੋਂ ਜ਼ਿਆਦਾ ਲੋੜ ਹੈ, ਕਿਉਂਕਿ ਕਿੰਗ ਜਾਰਜ ਦੇ ਉੱਤੇ ਤੇ ਰੈਪਿਡ ਬੱਸ ਚੱਲ ਪਈ ਹੈ। ਫਿਰ ਉਹਨਾਂ ਨੇ 319 ਵਾਲੀ ਬੱਸ ਸਰਵਿਸ ਦੇ ਉੱਤੇ ਇੱਕ ਰਿਪੋਰਟ ਜਿਹੜੀ ਆ ਉਹ ਕੀਤੀ ਸੀਗੀ, ਕੰਪਾਈਲ ਕੀਤੀ। ਰਿਪੋਰਟ ਜਿਹੜੀ ਉਹ ਵਾਇਰਲ ਹੋਣ ਤੋਂ ਬਾਅਦ ਉਹਦੇ ਤੇ ਹੁਣ ਟਰਾਂਸਲਿੰਕ ਨੇ ਮੰਨ ਲਿਆ ਕਿ ਸਾਨੂੰ ਰੈਪਿਡ ਬੱਸ ਸਰਵਿਸ ਜਿਹੜੀ ਹੈ 319 ਨੰਬਰ ਵਾਲੀ ਬੱਸ ਤੇ ਚਲਾਉਣੀ ਪਵੇਗੀ। ਤੇ ਹੁਣ ਉਹ ਇੱਕ ਤਰ੍ਹਾਂ ਕਹਿ ਲਓ ਵੀ ਕਾਗਜ਼ਾਂ ਦੇ ਵਿੱਚ ਆ ਚੁੱਕੀ ਹੈ। ਸੋ ਮੰਨਿਆ ਹੀ ਜਾ ਰਿਹਾ ਵੀ ਅਗਲੇ ਸਾਲ ਤੱਕ ਜਿਹੜੀ ਹੈ ਉਹ ਟ੍ਰਾਂਜੀਸ਼ਨ ਦੇ ਵਿੱਚ ਆ ਜਾਏਗੀ। ਸੋ ਲੋਕਾਂ ਦੇ ਲਈ ਜਾਂ ਸਰੀ ਦੇ ਲੋਕਾਂ ਦੇ ਲਈ ਇਹ ਬਹੁਤ ਵੱਡੀ ਰਾਹਤ ਹੋਵੇਗੀ। ਮਤਲਬ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਜੀ ਮਨਦੀਪ। ਜੀ ਮੈਂ ਕਹਿੰਦਾ ਹੁਣ ਥੋੜਾ ਜਿਹਾ ਆਪਾਂ ਰੁੱਖ ਅਮਰੀਕਾ ਦਾ ਨਾ ਕਰ ਲਈਏ। ਜੀ ਮਨਦੀਪ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਸੀਗਾ ਵੀ ਟਰੰਪ ਦੀ ਟ੍ਰਾਂਜੀਸ਼ਨ ਦੇ ਬਾਰੇ ਕੀ ਆਪਣੇ ਕੋਲ ਅਪਡੇਟ ਹੈ ਹੁਣ ਤੱਕ? ਅਪਡੇਟ ਇਹ ਆ ਜੀ ਕਿ ਕੱਲ ਮੰਨ ਗਿਆ ਸੀ ਟਰੰਪ ਪ੍ਰਸ਼ਾਸਨ ਮੰਨ ਗਿਆ ਕਿ ਠੀਕ ਆ ਵੀ ਅਸੀਂ ਜਿਹੜੀ ਆ ਉਹ ਸੱਤਾ ਤਬਦੀਲੀ ਲਈ ਤਿਆਰ ਆ। ਤੇ ਜਿਹੜਾ ਵਾ ਉਹਨਾਂ ਨੇ ਜਿਹੜੇ ਜਨਰਲ ਸਰਵਿਸਿਜ਼ ਦੇ ਮੁਖੀ ਸੀਗੇ ਉੱਥੇ ਐਮਿਲੀ ਮਰਫੀ ਜਿਹੜੇ ਚੀਫ ਨੇ ਉੱਥੇ, ਤਾਂ ਉਹਨਾਂ ਨੇ ਇਹ ਜਿਹੜਾ ਅਸੀਂ ਜਾਣੂ ਕਰਵਾ ਦਿੱਤਾ ਸੀ ਜਿਹੜਾ ਬਾਈਡਨ ਸਾਹਿਬ ਦਾ ਸਟਾਫ ਹੈ ਵੀ ਆ ਜਾਓ ਬਈ ਅਸੀਂ ਤਿਆਰ ਆ, ਤੁਹਾਨੂੰ ਜਿਹੜਾ
ਤੁਹਾਨੂੰ ਸਾਰਾ ਜ਼ਿੰਮੇਵਾਰੀ ਦੇਣ ਲਈ ਤਿਆਰ ਆ ਤੇ ਸੱਤਾ ਤਬਦੀਲੀ ਦਾ ਦੌਰ ਤੁਸੀਂ ਸ਼ੁਰੂ ਕਰ ਸਕਦੇ ਆ। ਨਾਲ ਇਹ ਵੀ ਕਹਿ ਦਿੱਤਾ ਸੀ ਕਿ ਜਿੰਨਾ ਵੀ ਖਰਚਾ ਹੋਊਗਾ ਇਹਦੇ ਲਈ ਅਸੀਂ ਤੁਹਾਨੂੰ ਅਸੈਸ ਦੇ ਰਹੇ ਹਾਂ ਕਿ ਮਿਲੀਅਨਸ ਆਫ ਡਾਲਰ ਤੁਸੀਂ ਜਿਹੜੇ ਉਹਦਾ ਅਸੈਸ ਤੁਹਾਨੂੰ ਦਿੱਤਾ ਜਾਊਗਾ, ਜੋ ਵੀ ਖਰਚਾ ਆਊਗਾ ਤੇ ਹੋਰ ਵੀ ਜਿਹੜੇ ਰਿਸੋਰਸਸ ਤੁਹਾਨੂੰ ਚਾਹੀਦੇ ਨੇ ਵਾਈਟ ਹਾਊਸ ਤੇ ਤੁਹਾਨੂੰ ਉਹ ਵੀ ਦਿੱਤੇ ਜਾਣਗੇ। ਸੋ ਉਹਨਾਂ ਇੱਕ ਬਹੁਤ ਰਾਹਤ ਦੀ ਜਿਹੜੀ ਖਬਰ ਆ ਉਹ ਲੋਕਾਂ ਦੀ ਹੈਗੀ ਆ ਅਮਰੀਕਾ ਲਈ, ਖਾਸ ਕਰਕੇ ਇਕੱਲੇ ਅਮਰੀਕਾ ਨਹੀਂ ਪੂਰੇ ਦੁਨੀਆ ਭਰ ਦੀ, ਕਿਉਂਕਿ ਜੇਕਰ ਉੱਥੇ ਕੋਈ ਰੌਲਾ ਰੱਪਾ ਪੈ ਜਾਂਦਾ, ਸ਼ਾਂਤੀਪੂਰਵਕ ਜਿਹੜੀ ਆ ਸੱਤਾ ਤਬਦੀਲੀ ਨਾ ਹੁੰਦੀ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਨੁਕਸਾਨ ਹੋ ਸਕਦਾ ਸੀ। ਜਿਹੜੀਆਂ ਸੁਰੱਖਿਆ ਏਜੰਸੀਆਂ ਸੀ ਅਮਰੀਕਾ ਦੀਆਂ, ਉਹਨਾਂ ਨੂੰ ਵੀ ਇਸ ਗੱਲ ਦਾ ਫਿਕਰ ਸੀ ਵੀ ਜੇਕਰ ਇੱਦਾਂ ਦੀ ਇੱਕ ਅਨਾਰਕੀ ਵਾਲੀ ਜੇਕਰ ਸਿਚੁਏਸ਼ਨ ਬਣਦੀ ਆ ਇੱਥੇ ਸਿਆਸੀ ਤੌਰ 'ਤੇ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਵਿਰੋਧੀਆਂ ਨੂੰ ਹੋ ਸਕਦਾ ਆ। ਸੋ ਹੁਣ ਉਹ ਇੱਕ ਚੀਜ਼ਾਂ ਜਿਹੜਾ ਫਿਕਰ ਆ ਅਮਰੀਕਾ ਦਾ ਮੁੱਕ ਗਿਆ ਵਾ ਤੇ ਟਰੰਪ ਸਾਹਿਬ ਨੇ ਵੀ ਟਵੀਟ ਕਰਕੇ ਹਾਲਾਂਕਿ ਹਾਰ ਨਹੀਂ ਕਬੂਲੀ, ਕਹਿੰਦੇ ਸਾਡੀ ਜਿਹੜੀ ਲੜਾਈ ਜਾਰੀ ਰਹੂਗੀ, ਪਰ ਉਹ ਲੜਾਈ ਦਾ ਕੋਈ ਫਾਇਦਾ ਨਹੀਂ ਕਿਉਂਕਿ ਮਿਸ਼ੀਗਨ ਨੇ ਬਾਈਡਨ ਸਾਹਿਬ ਦੀ ਜਿਹੜੀ ਆ ਜਿੱਤਿਆ ਸਰਟੀਫਾਈ ਕਰਤੀ ਹੈ, ਪੈਨਸਿਲਵੇਨੀਆ ਨੇ ਕਰਤੀ ਆ, ਜਾਰਜੀਆ ਵਿੱਚ ਰੀਕਾਊਂਟਿੰਗ ਵਿੱਚ ਵੀ ਉਹ ਜਿੱਤ ਗਏ ਆ। ਸੋ ਹੋਰ ਕਿਤੇ ਕੋਈ ਉਮੀਦ ਦੀ ਨਜ਼ਰ ਉਹਨਾਂ ਲਈ ਕਿਰਨ ਦੀ ਨਜ਼ਰ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਆ। ਸੋ ਇਸ ਕਰਕੇ ਸੱਤਾ ਤਬਦੀਲੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਬਾਈਡਨ ਸਾਹਿਬ ਨੇ ਅੱਜ ਆਪਣੀ ਕੈਬਨਿਟ ਜਿਹੜੀ ਆ ਉਹ ਪਿਕ ਕਰ ਲਈ ਆ, ਅਨਾਉਂਸਮੈਂਟ ਕਰ ਦਿੱਤੀ ਆ ਔਰ ਉਹਦੇ ਵਿੱਚੋਂ ਜਿਹੜਾ ਓਬਾਮਾ ਪ੍ਰਸ਼ਾਸਨ ਦਾ ਜਿਹੜਾ ਝਲਕਾਰਾ ਆ ਉਹੀ ਪੈ ਰਿਹਾ ਕਿਉਂਕਿ ਬਾਈਡਨ ਸਾਹਿਬ ਨੇ ਪਹਿਲਾਂ ਵੀ ਉਹਨਾਂ ਨਾਲ ਕੰਮ ਕੀਤਾ ਹੋਇਆ। ਪਰ ਇਹ ਵੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇੱਕਦਮ ਜਿਹੜਾ ਵਾ ਉਹ ਜਿਹੜੀਆਂ ਟਰੰਪ ਦੀਆਂ ਪਾਲਿਸੀਜ਼ ਆ ਉਹਦੇ ਉੱਤੋਂ ਜਿਹੜਾ ਵਾ ਯੂ ਟਰਨ ਵੱਜ ਸਕਦਾ। ਸੋ ਇਸ ਤਰ੍ਹਾਂ ਦਾ ਜਿਹੜਾ ਉਹ ਕਿਉਂਕਿ ਓਬਾਮਾ ਸਾਹਿਬ ਦੇ ਜਿਹੜੇ ਸਮੇਂ ਬਹੁਤੇ ਵਾਈਟ ਹਾਊਸ ਵਿੱਚ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਹੀ ਦੁਬਾਰਾ ਵਾਈਟ ਹਾਊਸ ਦੇ ਵਿੱਚ ਲਿਆਂਦਾ ਜਾ ਰਿਹਾ ਔਰ ਅੱਜ ਟਰੰਪ ਸਾਹਿਬ ਆਏ ਮੀਡੀਆ ਸਾਹਮਣੇ, ਸਿਰਫ ਆਏ 1 ਮਿੰਟ ਦੇ ਵਿੱਚ ਆਪਣੀ ਗੱਲ ਕਹਿ ਕੇ ਉਹ ਵਾਪਸ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸਟਾਕ ਮਾਰਕੀਟ ਆ ਉਹ 30,000 ਅੰਕ ਜਿਹੜੀ ਆ ਇੱਕ ਨਾਲ ਵੱਧ ਗਈ ਆ ਤੇ ਇਹਦਾ ਕ੍ਰੈਡਿਟ ਉਹ ਖੁਦ ਲੈ ਰਹੇ ਆ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਦਾ ਐਲਾਨ ਕਰ ਦਿੱਤਾ ਸੱਤਾ ਤਬਦੀਲੀ ਦਾ ਤਾਂ ਉਸ ਤੋਂ ਬਾਅਦ ਜਿਹੜੀ ਆ ਮਾਰਕੀਟ ਦੇ ਵਿੱਚ ਇਹ ਉਛਾਲ ਆਇਆ। ਹਾਲਾਂਕਿ ਚਲੋ ਫੇਰ ਵੀ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਕਿ ਉਹਨਾਂ ਨੇ ਇਹ ਫੈਸਲਾ ਲਿਆ, ਪਰ ਇਹ ਜ਼ਰੂਰ ਹੈ ਕਿ ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਕਿ ਸ਼ਾਂਤੀ ਬਣੇ ਰਹੇਗੀ, ਬਿਜ਼ਨਸ ਲਈ ਇਹ ਚੰਗੀ ਗੱਲ ਹੁੰਦੀ ਹੈ। ਸੋ ਇਸ ਕਰਕੇ ਮਾਰਕੀਟ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਕਿਤੇ ਵੀ ਇੱਕਦਮ ਇੰਨਾ ਉਛਾਲ ਨਹੀਂ ਆਇਆ। ਸੋ ਉਹਨਾਂ ਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਇਸ ਕਰਕੇ ਹੈ ਕਿ ਉਹਨਾਂ ਨੇ ਉੱਥੋਂ ਨਿਕਲਣ ਦਾ ਐਲਾਨ ਕੀਤਾ ਆ ਤੇ ਸ਼ਾਂਤੀ ਜਿੰਨਾ ਬਣੇ ਰਹੇਗੀ। ਸੱਤਾ ਤਬਦੀਲੀ ਕਰਕੇ ਸ਼ਾਇਦ ਹੋ ਸਕਦਾ ਕਿ ਉਸ ਤੋਂ ਬਾਅਦ ਹੀ ਉਛਾਲ ਆਇਆ ਵਾ। ਸੋ ਦੇਖਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੈ ਚਰਚਾ ਤੇ ਇਹ ਵੀ ਚੱਲ ਰਹੀ ਹੈ ਕਿ ਸੂਟ ਉਹ ਸਮਾਈ ਫਿਰਦੇ ਆ ਬਾਈਡਨ ਦੇ ਸਹੁੰ ਚੁੱਕ ਸਮਾਗਮ ਲਈ ਤੇ ਸਵਾਗਤ ਕਰਨ ਲਈ ਵੀ ਤਿਆਰ ਹੈ। ਅੰਦਰਲੀਆਂ ਖਬਰਾਂ ਇਹ ਆ, ਬਾਕੀ ਦੇਖਦੇ ਆ ਕੀ ਬਣਦਾ। ਜੀ ਮਨਦੀਪ ਜੀ ਤੇ ਮਨਦੀਪ ਇਸੇ ਲੜੀ ਦੇ ਵਿੱਚ ਇੱਕ ਗੱਲ ਸੀਗੀ ਕਿ ਜਦੋਂ ਤੁਹਾਨੂੰ ਯਾਦ ਆ ਇਲੈਕਸ਼ਨ ਹੋਣ ਵਾਲੇ ਸੀਗੇ ਤੇ ਉਦੋਂ ਹੀ ਬਾਈਡਨ ਨੇ ਵੀ ਇਹ ਗੱਲ ਕਹੀ ਸੀਗੀ ਕਿ ਜੀ ਸਮਿਟ ਦੇ ਵਿੱਚ ਜਿਹੜਾ ਅਮਰੀਕਾ ਨੇ ਆਪਣਾ ਨਾਮ ਵਾਪਸ ਲਿਆ ਵੀ ਜਦੋਂ ਮੈਂ ਕੁਰਸੀ ਸੰਭਾਲਾਂਗਾ ਸਭ ਤੋਂ ਪਹਿਲਾਂ ਉਹਦੇ ਵਿੱਚ ਹੀ ਅਸੀਂ ਵਾਪਸ ਜਾਵਾਂਗੇ ਉਹ ਪਲਾਨ ਦੇ ਵਿੱਚ। ਸੋ ਜਿੰਨੀ ਵੀ ਟਰੰਪ ਦੀਆਂ ਮੈਨੂੰ ਲੱਗਦਾ ਨੀਤੀਆਂ ਜਿਹੜੀਆਂ ਲਾਗੂ ਕੀਤੀਆਂ ਹੋਈਆਂ ਨੇ ਇਹ ਸਾਰੀਆਂ ਦੇ ਉੱਤੇ ਇੱਕਦਮ ਫੁੱਲ ਸਟਾਪ ਲੱਗੇਗਾ। ਜਿਹੜੀਆਂ ਵੱਡੀਆਂ ਨੀਤੀਆਂ ਸੀ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਮੰਚ ਸੀ ਉਹ ਤੋਂ ਟਰੰਪ ਸਾਹਿਬ ਕਈਆਂ ਤੋਂ ਪਿੱਛੇ ਹਟ ਗਏ ਸੀ। WHO ਨਾਲ ਆਪਣਾ ਨਾਤਾ ਤੋੜ ਲਿਆ ਇਹਨਾਂ ਨੇ। ਜਿਹੜਾ ਪੈਰਿਸ ਐਗਰੀਮੈਂਟ ਸੀ ਕਲਾਈਮੇਟ ਚੇਂਜ ਵਾਲਾ ਉਹ ਤੋਂ ਪਿੱਛੇ ਹਟ ਗਏ, ਉਹ ਚੋਂ ਕੁਇਟ ਕਰ ਗਏ ਤੇ ਇਹ ਜੀ ਸਮਿਟ ਦੇ ਵਿੱਚ ਵੀ ਜਿਹੜਾ ਸੀ ਇਹਨਾਂ ਨੇ ਕੁਝ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਦੀ ਚਰਚਾ ਕੀਤੀ। ਸੋ ਇਹਨਾਂ ਸਾਰਿਆਂ ਉੱਤੇ ਮੈਨੂੰ ਲੱਗਦਾ ਯੂ ਟਰਨ ਵੱਜੇਗਾ ਔਰ ਸਭ ਤੋਂ ਵੱਡਾ ਯੂ ਟਰਨ ਵੱਜੇਗਾ ਇਮੀਗ੍ਰੇਸ਼ਨ ਨੀਤੀ ਉੱਤੇ। ਸੋ ਇਹ ਜਿਹੜੇ 4-5 ਫੈਕਟਰ ਨੇ ਖਾਸ ਕਰਕੇ ਇੰਟਰਨੈਸ਼ਨਲ ਜਿਹੜੀਆਂ ਪਾਲਿਸੀ ਸੀਗੀਆਂ ਉਹਦੇ ਵਿੱਚ ਵੀ ਦੇਖਦੇ ਹਾਂ। ਹਾਲਾਂਕਿ ਟਰੰਪ ਸਾਹਿਬ ਜਿਹੜੇ ਸੀ ਉਹਨਾਂ ਨੇ ਅਫਗਾਨਿਸਤਾਨ ਜਾਂ ਹੋਰਨਾਂ ਮੁਲਕਾਂ ਵਿੱਚੋਂ ਅਮਰੀਕਨ ਫੌਜ ਜਿਹੜੀ ਉਹ ਕੱਢਣੀ ਸ਼ੁਰੂ ਕਰ ਦਿੱਤੀ ਸੀ, ਪਰ ਅਮਰੀਕਾ ਦਾ ਇੱਕ ਪੈਂਤੜਾ ਰਿਹਾ ਕਿ ਜੇਕਰ ਉਹਨਾਂ ਨੇ ਕਿਸੇ ਦੇਸ਼ਾਂ ਦੇ ਵਿੱਚ ਆਪਣਾ ਇੰਟਰਫੇਸ ਰੱਖਣਾ ਤਾਂ ਕਿਸੇ ਨਾ ਕਿਸੇ ਬਹਾਨੇ ਉੱਥੇ ਉਹ ਆਪਣੀ ਆਰਮੀ ਜਿਹੜੀ ਆ ਉਹ ਭੇਜ ਦਿੰਦੇ ਸੀਗੇ, ਚਾਹੇ ਉੱਥੇ ਥੋੜੀ ਬਹੁਤੀ ਜੇਕਰ ਡਿਸਟਰਬੈਂਸ ਹੁੰਦੀ ਸੀ ਉਹਦੇ ਬਹਾਨੇ ਨਾਲ ਜਾਂ ਕਿਵੇਂ ਵੀ ਆ। ਸੋ ਉੱਤੇ ਵੀ ਹੁਣ ਦੇਖਣਾ ਬਣਦਾ ਕਿ ਇਹ ਜਿਹੜਾ ਬਾਈਡਨ ਪ੍ਰਸ਼ਾਸਨ ਹੋਊਗਾ ਸੋ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਹੋਣਗੀਆਂ ਕਿ ਜਿਹੜੀ ਇਹ ਵਾਪਸ ਆਰਮੀ ਆ ਰਹੀ ਆ ਇਹ ਤੇ ਰੋਕ ਲੱਗੂਗੀ, ਦੁਬਾਰਾ ਭੇਜੀ ਜਾਊਗੀ ਜਾਂ ਕੀ ਕੀਤਾ ਜਾਊਗਾ, ਇਹ ਵੀ ਇੱਕ ਵੱਡਾ ਹੋਊਗਾ। ਸੋ ਜਿਹੜੇ ਇਹ 4-5 ਮੁੱਦੇ ਆ ਜਿਹੜਾ ਕਿ ਇੱਕ ਪੈਰਿਸ ਐਗਰੀਮੈਂਟ ਜਿਹੜਾ ਸੀ ਕਲਾਈਮੇਟ ਚੇਂਜ ਵਾਲਾ ਤੇ ਜਿਹੜਾ ਤੁਸੀਂ G20 ਵਾਲਾ ਜੀ ਸਮਿਟ ਵਾਲਾ ਕਿਹਾ ਤੇ ਹਾਲਾਂਕਿ ਇਹਦੇ ਵਿੱਚ G7-8 ਵਾਲੇ ਵਿੱਚ ਵੀ ਥੋੜਾ ਜਿਹਾ ਉਹਨਾਂ ਦਾ ਹੋ ਗਿਆ ਸੀ ਉੱਤਾ ਥੱਲਾ, ਉਹ 'ਚ ਵੀ ਦੇਖਦੇ ਆ ਕੀ ਕਰਦੇ ਆ। ਸੋ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਇੱਕ ਯੂ ਟਰਨ ਵੱਜੇਗਾ। ਸੋ ਇਹ ਹੀ ਇੱਕ ਕੈਬਨਿਟ ਪਿਕ ਕਰਨ ਤੋਂ ਝਲਕਾਰਾ ਜਿਹੜਾ ਪੈ ਰਿਹਾ। ਸੋ ਦੇਖਦੇ ਆ ਕੀ ਬਣਦਾ ਕਿਉਂਕਿ 20 ਜਨਵਰੀ ਨੂੰ ਹੁਣ ਤਾਂ ਉਹ ਆ ਹੀ ਰਹੇ ਨੇ। ਸੋ ਮੈਨੂੰ ਲੱਗਦਾ ਕਿ ਪਹਿਲੇ 100 ਦਿਨ ਦੇ ਵਿੱਚ ਇੱਕ ਬਹੁਤ ਵੱਡੀਆਂ ਪਾਲਿਸੀਜ਼ ਦੀਆਂ ਤਬਦੀਲੀਆਂ ਜਿਹੜੀਆਂ ਟਾਰਗੇਟ ਲੈ ਕੇ ਉਹ ਚੱਲ ਰਹੇ ਆ। ਪਹਿਲੇ 100 ਦਿਨ ਦੇ ਵਿੱਚ ਸਾਨੂੰ ਕਾਫੀ ਕੁਝ ਜਿਹੜਾ ਚੇਂਜ ਹੋਣ ਨੂੰ ਉਹ ਮਿਲ ਸਕਦਾ। ਸੋ ਮੈਂ ਚਾਹੁੰਦਾ ਕਿ ਹੁਣ ਇਸ ਤੋਂ ਇਲਾਵਾ ਤੁਸੀਂ ਵੀ ਕੋਈ ਦੱਸੋ ਕਿ ਕੋਈ ਹੈ ਖਬਰ ਹੋਰ ਆਪਣੇ ਕੋਲ ਕੈਨੇਡਾ ਦੀ। ਜੀ ਮਨਦੀਪ ਸਾਡੇ ਕੋਲ ਲੇਟੈਸਟ ਜਿਹੜੀ ਇੱਕ ਹੋਰ ਖਬਰ ਹੈ ਉਹ ਹੈਗੀ ਕਿ ਨਾਰਥ ਵੈਨਕੂਵਰ ਨੇ ਨਾ ਪਹਿਲਾਂ ਇੱਕ ਮਤਾ ਪਾਸ ਕਰ ਲਿਆ ਸੀਗਾ ਜਿਹਦੇ ਵਿੱਚ ਮੰਨਿਆ ਗਿਆ ਵੀ ਲਾਈਟਾਂ ਕਰਕੇ ਕਾਫੀ ਜ਼ਿਆਦਾ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਹੁੰਦੀ ਹੈ ਤੇ ਕਾਰਬਨ ਐਮਿਸ਼ਨ ਜਿਹੜਾ ਵੱਧਦਾ। ਸੋ
ਕਿਉਂਕਿ ਕ੍ਰਿਸਮਸ ਦਾ ਤੁਹਾਨੂੰ ਪਤਾ ਤਿਉਹਾਰ ਆਉਣ ਵਾਲਾ ਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ, ਕਿਉਂਕਿ ਅੱਗੇ ਵੀ ਕਾਫੀ ਰੈਸਟ੍ਰਿਕਸ਼ਨਸ ਲੱਗ ਚੁੱਕੀਆਂ ਨੇ ਕੋਵਿਡ-19 ਕਰਕੇ। ਸੋ ਲੋਕਾਂ ਨੂੰ ਇਹ ਸੀਗਾ ਵੀ ਐਟਲੀਸਟ ਅਸੀਂ ਲਾਈਟਨਿੰਗ ਵਧੀਆ ਕਰਾਂਗੇ ਘਰਾਂ ਦੀ, ਜਿਵੇਂ ਬੜਾ ਚਾਅ ਹੁੰਦਾ ਇੱਥੇ ਲੋਕਾਂ ਦੇ ਵਿੱਚ। ਤੇ ਉਹਦੇ ਅਗੇਂਸਟ ਇੱਕ ਮਤਾ ਪਾਤਾ ਸੀਗਾ ਨਾਰਥ ਵੈਨਕੂਵਰ ਦੀ ਕਾਉਂਟੀ ਨੇ, ਤੇ ਉਹਨਾਂ ਨੇ ਕੀ ਮਤਾ ਪਾਇਆ ਵੀ 11 ਵਜੇ ਤੋਂ ਬਾਅਦ ਲਾਈਟਾਂ ਜਿਹੜੀਆਂ ਨੇ ਬੰਦ ਹੋ ਜਾਣਗੀਆਂ ਤੇ ਨਹੀਂ ਚੱਲਣਗੀਆਂ। ਸੋ 11 ਵਜੇ ਤੱਕ ਤੁਸੀਂ ਲਾਈਟਾਂ ਚਲਾ ਸਕਦੇ ਹੋ। ਤੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਇਸ ਚੀਜ਼ ਦਾ। ਉਹ ਕਹਿੰਦੇ ਵੀ ਬਾਕੀ ਪਾਸੇ ਵੀ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਹੁਣ ਤੁਸੀਂ ਲਾਈਟਾਂ ਤੇ ਵੀ ਆ ਗਏ, ਵੀ ਹੋਰ ਰਹਿ ਕੀ ਗਿਆ ਕਰਨ, ਵੀ ਹੁਣ ਸਾਹ ਲਾਉਣ ਤੇ ਵੀ ਰੋਕ ਲਾਓਗੇ। ਸੋ ਉਹ ਲੋਕਾਂ ਦਾ ਵਿਰੋਧ ਦੇਖਦੇ ਹੋਏ ਟ੍ਰਾਂਜੀਸ਼ਨ ਜਿਹੜੀ ਸੀਗੀ ਉਸ ਚੀਜ਼ ਦੀ ਉਹਨੂੰ ਵਾਪਸ ਲੈ ਲਿਆ ਗਿਆ। ਤੇ ਅੱਜ ਹੀ ਉਹਦੀ ਜਿਹੜੀ ਹੈ ਰਿਪੋਰਟ ਦੁਬਾਰਾ ਪਬਲਿਸ਼ ਹੋਈ, ਉਹਦੇ ਵਿੱਚ ਕਿਹਾ ਗਿਆ ਕਿ ਹੁਣ ਤੁਸੀਂ 11 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਜਿੱਦਾਂ ਲਾਈਟਾਂ ਚਲਾਉਣੀਆਂ ਨੇ, ਕ੍ਰਿਸਮਸ ਦੇ ਤਿਉਹਾਰ ਜਾਂ ਸੈਲੀਬ੍ਰੇਸ਼ਨ ਕਰਨੀ ਹੈ, ਤੁਸੀਂ ਕਰ ਸਕਦੇ ਹੋ। ਵੈਸੇ ਵੀ ਲੱਗਦਾ ਕਿ ਕੋਵਿਡ ਦੇ ਚੱਲਦਿਆਂ ਜਿੱਦਾਂ ਕਿ ਬਾਕੀ ਤਿਉਹਾਰ ਇਸ ਵਾਰ, ਜਿਵੇਂ ਇਸ ਵਾਰ ਕੋਈ ਨਗਰ ਕੀਰਤਨ ਨਹੀਂ ਹੋ ਸਕਿਆ, ਵੱਡੇ ਸਮਾਗਮ ਜਿਹੜੇ ਸੀ ਉਹ ਵੀ ਰੱਦ ਕਰਨੇ ਪਏ, ਕਿੰਨੇ ਫੈਸਟੀਵਲ ਜਿਹੜੇ ਸਮਰ 'ਚ ਹੁੰਦੇ ਆ ਸਾਰੇ ਰੱਦ ਕਰਨੇ ਪਏ, ਲੋਕ ਕਿਤੇ ਟਰੈਵਲ ਨਹੀਂ ਕਰ ਸਕੇ। ਤੇ ਸਭ ਤੋਂ ਵੱਡਾ ਮੈਨੂੰ ਲੱਗਦਾ ਤਿਉਹਾਰ ਤਾਂ ਇੱਕ ਇਹ ਮੰਨਿਆ ਜਾਂਦਾ ਹੈਲੋਵੀਨ ਤੋਂ ਬਾਅਦ ਕ੍ਰਿਸਮਸ ਤੇ ਨਿਊ ਈਅਰ। ਮੈਨੂੰ ਲੱਗਦਾ ਕਿ ਐਕਤੀ ਉਹ ਵੀ ਫਿੱਕਾ ਰਹੂਗਾ, ਕਿਉਂਕਿ ਵੈਕਸੀਨ ਜਿਹੜੀ ਆ ਉਹ ਕੈਨੇਡਾ ਵਿੱਚ ਤਾਂ ਮੈਨੂੰ ਲੱਗਦਾ ਦਸੰਬਰ ਤੱਕ ਆ ਨਹੀਂ ਰਹੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕ੍ਰਿਸਮਸ ਵੀ ਇਸੇ ਤਰ੍ਹਾਂ ਲੰਘੂ। ਜੀ ਮਨਦੀਪ, ਤੁਹਾਨੂੰ ਯਾਦ ਹੋਣਾ ਸਿਟੀ ਆਫ ਸਰੀ ਜਾਂ ਬਾਕੀ ਸਿਟੀ ਜਿਹੜੀਆਂ ਨੇ ਉਹ ਇੱਕ ਟਰੀ ਲਾਈਟਨਿੰਗ ਫੈਸਟੀਵਲ ਕਰਦੀਆਂ ਨੇ, ਉਹ ਸਾਰੇ ਇਸ ਵਾਰ ਵਰਚੁਅਲ ਹੋ ਗਏ ਨੇ। ਜਿੰਨੇ ਕਮਿਊਨਿਟੀ ਗੈਦਰਿੰਗ ਇਵੈਂਟ ਸੀਗੇ ਉਹ ਸਾਰੇ ਵਰਚੁਅਲ ਕਰ ਦਿੱਤੇ ਗਏ। ਲੋਕਡਾਊਨ ਦੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਗੈਦਰਿੰਗਸ ਘਟਾ ਦਿੱਤੀਆਂ ਨੇ। ਸੋ ਉਹ ਚੀਜ਼ਾਂ ਲੋਕ ਮਿਸ ਕਰ ਰਹੇ ਨੇ। ਤੇ ਜਦੋਂ ਲਾਈਟਾਂ ਤੇ ਵੀ ਪਾਬੰਦੀ ਲੱਗ ਜਾਏਗੀ, ਮੈਨੂੰ ਤਾਂ ਲੱਗਦਾ ਵੀ ਲੋਕੀ ਤਾਂ ਫਿਰ ਖਿਜਣਗੇ ਹੀ ਜੇ ਗੱਲ ਕੀਤੀ ਜਾਵੇ। ਉੱਪਰੋਂ ਜੇਕਰ ਸਨੋ ਨਾ ਪਈ ਫੇਰ ਤਾਂ ਕ੍ਰਿਸਮਸ ਕਾਹਦੀ ਰਹੇਗੀ। ਬਿਲਕੁਲ ਮਨਦੀਪ ਜੀ। ਸੋ ਮੇਰੇ ਖਿਆਲ ਨਾਲ ਬਹੁਤ ਧੰਨਵਾਦ ਅੰਗਦ ਜਾਣਕਾਰੀ ਦੇਣ ਲਈ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਜਿਸ 'ਚ ਅਸੀਂ ਕੀਤੀ ਕੈਨੇਡਾ ਦੀਆਂ ਖਾਸ ਖਬਰਾਂ ਤੇ ਚਰਚਾ। ਔਰ ਚਰਚਾ ਅਸੀਂ ਕੁਝ ਥੋੜੀ ਜਿਹੀ ਅਮਰੀਕਾ ਤੇ ਵੀ ਜ਼ਰੂਰ ਕਰਦੇ ਹਾਂ, ਕਿਉਂਕਿ ਅਮਰੀਕਾ ਦੀ ਸਿਆਸਤ ਦਾ ਪ੍ਰਭਾਵ ਵੀ ਕੈਨੇਡਾ ਤੇ ਕਿਤੇ ਨਾ ਕਿਤੇ ਜ਼ਰੂਰ ਪੈਂਦਾ। ਸੋ ਇਸੇ ਤਰ੍ਹਾਂ ਹੋਰ ਜਿਹੜੀਆਂ ਅਹਿਮ ਖਬਰਾਂ ਹੋਣਗੀਆਂ ਅਸੀਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।